ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੋੜੇ ਗੁਆਰੇ ਰੇ ਮਹਲਾ ਤੀਜਾ। ਸੋ ਥਾਉ ਸਚ ਮਨ ਨਿਰਮਲ ਹੋਏ, ਸਚ ਨਿਵਾਸ ਕਰੇ ਸਚ ਸੋਏ। ਸੱਚੇ ਬਾਣੇ ਜੁਗ ਚਾਰੇ ਜਾਪੈ, ਸਭ ਕਿਛ ਸਾਚਾ ਆਪੇ ਆਪੈ। ਸੋ ਥਾਉ ਸਚ ਮਨ ਨਿਰਮਲ ਹੋਏ, ਸਚ ਨਿਵਾਸ ਕਰੇ ਸਚ ਸੋਏ। ਸਚੇ ਬਾਣੇ ਜੁਗ ਚਾਰੇ ਜਾਪੈ, ਸਭ ਕਿਛ ਸਾਚਾ ਆਪੇ ਆਪੈ। ਕਰਮ ਹੋਵੈ ਸਤ ਸੰਗ ਮਿਲਾਏ, ਹਰ ਗੁਣ ਗਾਵੈ ਬੈਸ ਸੋ ਥਾਏ। ਰਹਾਉ ਜਲੋ ਇਹ ਜਿਹਵਾ ਦੂਜੈ ਪਾਏ, ਹਰ ਰਸ ਨਾ ਚਾਖੈ ਫਿਕਾ ਆਲਾਏ। ਬਿਨ ਬੂਝੇ ਤਨ ਮਨ ਫਿਕਾ ਹੋਏ, ਬਿਨ ਨਾਵੈ ਦੁਖਿਆ ਚਲਿਆ ਰੋਏ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸਚ ਸਮਾਏ। ਸਾਚੇ ਰਾਤੇ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਤਾਰ। ਨਾਮ ਸਮਾਵੈ ਜੋ ਭਾਂਡਾ ਹੋਏ, ਉਂਧੈ ਭਾਂਡਾ ਟਿਕੈ ਨਾ ਕੋਏ। ਗੁਰ ਸ਼ਬਦੇ ਮਨ ਨਾਮ ਨਿਵਾਸ, ਨਾਨਕ ਸਚ ਭਾਂਡਾ ਜਿਸ ਸ਼ਬਦ ਪਿਆਸ। ਨਾਮ ਸਮਾਵੈ ਜੋ ਭਾਂਡਾ ਹੋਏ, ਉਂਧੈ ਭਾਂਡਾ ਟਿਕੈ ਨਾ ਕੋਏ। ਗੁਰ ਸ਼ਬਦੇ ਮਨ ਨਾਮ ਨਿਵਾਸ, ਨਾਨਕ ਸਚ ਭਾਂਡਾ ਜਿਸ ਸ਼ਬਦ ਪਿਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, ਪਤਿਤ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਸਤ ਸੰਗਤ ਵਿੱਚ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ
ਦਰਸ਼ਨ ਦਿਦਾਰਿਆਂ ਦਾ ਸੁਭਾਗ ਨਿਰੰਕਾਰ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਗੁਆਰੇ ਰੇ ਮਹਲਾ ਤੀਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀ ਕਛ ਕਹੀ ਨਾ ਜਾਈ। ਐਸੇ ਦੀਨ ਦਿਆਲ ਸਤਿਗੁਰੂ ਗਰੀਬ ਨਵਾਜ ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਵਿੱਚ ਸ਼੍ਰੀ ਮੁਖ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕੱਲ੍ਹ ਦੇ ਦੀਵਾਨ ਵਿੱਚ ਮਹਾਰਾਜ ਜੀ ਦੀ ਗੌੜੀ ਰਾਗ ਵਿੱਚ ਬਾਣੀ ਪ੍ਰਾਰੰਭ ਹੋਈ ਸੀ। 2 ਸ਼ਬਦ ਸੰਪੂਰਨ ਹੋਏ। ਇਹ ਤੀਸਰਾ ਸ਼ਬਦ ਹਜੂਰ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕਰਦੇ ਆ। ਸੋ ਥਾਉ ਸੱਚ ਮਨ ਨਿਰਮਲ ਹੋਏ। ਸਿੱਖਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਸ਼੍ਰੇਸ਼ਟ ਥਾਂ ਕਿਹੜੀ ਹੁੰਦੀ ਆਪ ਕਿਰਪਾ ਕਰਕੇ ਦੱਸੋ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਰਮਾਇਆ ਗੁਰਸਿੱਖੋ ਸੋ ਥਾਉ ਸੱਚ ਉਹ ਸ਼੍ਰੇਸ਼ਟ ਥਾਂ ਹੈ ਜਿੱਥੇ ਸੱਚ ਦੀ ਪ੍ਰਾਪਤੀ ਹੋਵੇ, ਜਿੱਥੇ ਸੱਚੇ ਨਾਮ ਦੀ ਮਹਿਮਾ ਹੋਵੇ। ਮਹਾਰਾਜ ਸੱਚੇ ਨਾਮ ਦੀ ਮਹਿਮਾ ਜਿਹੜੀ ਹੈ ਉਹ ਸੰਗਤ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਕਹਿੰਦੇ ਨਹੀਂ ਪ੍ਰਾਪਤ ਹੁੰਦੀ। ਗੁਰਸਿੱਖੋ ਸੱਚੇ ਨਾਮ ਦੀ ਮਹਿਮਾ ਤਾਂ ਗੁਰੂ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਜਿਹਨੂੰ ਪ੍ਰਾਪਤ ਹੋ ਜਾਂਦੀ ਹੈ ਉਹਦੇ ਲਈ ਫਿਰ ਸਭ ਥਾਵਾਂ ਤੇ ਸੱਚੇ ਨਾਮ ਦੀ ਮਹਿਮਾ ਹੀ ਵਰਤਦੀ ਹੋਈ ਦਿਖਾਈ ਦਿੰਦੀ ਹੈ। ਪਰ ਪਹਿਲਾਂ ਪ੍ਰਾਪਤੀ ਤਾਂ ਗੁਰੂ ਸਾਹਿਬ ਦੇ ਕੋਲੋਂ ਹੁੰਦੀ ਹੈ, ਕਿਉਂਕਿ ਜਿੱਥੇ ਸਤਿਗੁਰੂ ਜੀ ਆਪ ਵਸਦੇ ਹੈ ਉੱਥੇ ਸਤ ਸੰਗਤ ਬਣ ਜਾਂਦੀ। ਸੱਚੇ ਪਾਤਸ਼ਾਹ ਇਹਨੂੰ ਇੰਨਾ ਸ਼੍ਰੇਸ਼ਟ ਕਿਉਂ ਕਹਿੰਦੇ ਹੈ? ਮਹਾਰਾਜ ਨੇ ਕਿਹਾ ਮਨ ਨਿਰਮਲ ਹੋਏ। ਗੁਰਸਿੱਖੋ ਤਾਂ ਸ਼੍ਰੇਸ਼ਟ ਹੈ ਕਿ ਮਨ ਦੇ ਅੰਦਰ ਜਿੰਨੀਆਂ ਵਿਕਾਰਾਂ ਦੀਆਂ ਮੈਲਾਂ ਹਨ ਉਹ ਮੈਲਾਂ ਸਤਸੰਗਤ ਵਿੱਚ ਨਾਸ਼ ਹੋ ਜਾਂਦੀਆਂ ਤੇ ਮਨ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਸੰਗਤ ਮਹਾਨ ਹੈ। ਇਸ ਕਰਕੇ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਜਿਹੜੀ ਸਾਧ ਸੰਗਤ ਸਾਜੀ ਹੈ ਨਾ ਸੰਸਾਰ ਦੇ ਅੰਦਰ, ਇਹ ਇੰਨੀ ਮਹਾਨ ਹੈ ਕਿ ਮਨ ਹੋਰ ਕਿਸੇ ਤਰੀਕੇ ਸ਼ੁੱਧ ਨਹੀਂ ਹੁੰਦਾ। ਗੁਰੂ ਮਹਾਰਾਜ ਦੀ ਸੰਗਤ ਕਰਕੇ ਮਨ ਸ਼ੁੱਧ ਹੋ ਜਾਂਦਾ ਹੈ। ਸਾਰੀ ਮੈਲ ਨਾਸ਼ ਹੋ ਜਾਂਦੀ ਹੈ ਮਨ ਤੋਂ, ਕਿਉਂਕਿ ਇੱਥੇ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਥਾਉ ਸੋ ਸ਼੍ਰੇਸ਼ਟ ਥਾਉ ਕਿਹੜਾ ਹੈ? ਸਾਧ ਸੰਗਤ। ਮਹਾਰਾਜ ਜੀ ਰਹਾਉ ਵਿੱਚ ਦੱਸਣਗੇ ਕਿ ਸਾਧ ਸੰਗਤ ਇਹ ਸ਼੍ਰੇਸ਼ਟ ਥਾਂ ਹੈ ਜਿੱਥੇ ਮਨ ਸੱਚੇ ਨਾਮ ਵਿੱਚ ਆ ਕਰਕੇ ਟਿਕ ਜਾਂਦਾ ਹੈ। ਫਿਰ ਇਹ ਆਪ ਹੀ ਸਤ ਸਰੂਪ ਹੈ ਸਾਧ ਸੰਗਤ, ਕਿਉਂਕਿ ਸਦਾ ਕਾਇਮ ਰਹਿਣ ਵਾਲੀ ਮਹਾਰਾਜ ਜੀ ਨੇ ਇਹ ਸਾਧ ਸੰਗਤ ਦੱਸੀ ਹੈ। ਇਹ
ਸੱਚ ਸਰੂਪ ਸਾਧ ਸੰਗਤ ਵਿੱਚ ਆ ਕਰਕੇ ਜਿਹੜਾ ਮਿਲਦਾ ਹੈ, ਇਸ ਕਰਕੇ ਸ੍ਰੇਸ਼ਟ ਹੈ ਕਿ ਮਨ ਨਿਰਮਲ ਹੋਏ। ਮਨ ਨਿਰਮਲ ਹੋ ਜਾਂਦਾ ਹੈ। ਹੋਰ ਕਿੰਨੇ ਯਤਨਾਂ ਨਾਲ, ਕਿੰਨੇ ਸਾਧਨਾਂ ਨਾਲ ਮਨ ਨਹੀਂ ਪਵਿੱਤਰ ਹੁੰਦਾ, ਪਰ ਗੁਰੂ ਮਹਾਰਾਜ ਦੀ ਸਾਧ ਸੰਗਤ ਏਡੀ ਸ੍ਰੇਸ਼ਟ ਹੈ ਜਿੱਥੇ ਸੱਚੇ ਨਾਮ ਦੀ ਮਹਿਮਾ ਹੁੰਦੀ ਹੈ। ਹਰ ਵੇਲੇ ਸੱਚੇ ਨਾਮ ਦੀ ਦਾਤ ਜੀਵ ਨੂੰ ਪ੍ਰਾਪਤ ਹੁੰਦੀ ਹੈ ਤੇ ਅਸੁੱਧ ਮਨ ਜਿਹੜੇ ਹੈ ਉਹ ਸੁੱਧ ਹੋ ਜਾਂਦੇ ਆ, ਵਿਕਾਰਾਂ ਦੀ ਮੈਲ ਨਾਸ਼ ਹੋ ਜਾਂਦੀ ਆ। ਸੱਚ ਨਿਵਾਸ ਕਰੇ ਸੱਚ ਸੋਏ। ਤੇ ਜਿਸ ਦੇ ਸਾਧ ਸੰਗਤ ਜੀ ਅੰਦਰ ਸੱਚਾ ਫਿਰ ਨਿਵਾਸ ਕਰਨ ਲੱਗ ਜਾਂਦਾ ਨਾ, ਆਪ ਨਿਰੰਕਾਰ, ਉਹ ਵੀ ਮਹਾਰਾਜ ਕਹਿੰਦੇ ਹਿਰਦਾ ਸੱਚਾ ਹੀ ਹੋ ਜਾਂਦਾ ਹੈ। ਉਹ ਸੱਚ ਦਾ ਸਰੂਪ ਹੀ ਹੋ ਜਾਂਦਾ ਹੈ। ਕਿੱਥੇ ਜੀਵ ਭਾਵ ਨੂੰ ਪ੍ਰਾਪਤ ਹੋ ਕੇ ਜੀਵ ਦੁੱਖ ਸੁੱਖ ਭੋਗਦਾ ਹੈ। ਕਿੰਨੇ ਸੰਸਾਰ ਦੇ ਅੰਦਰ ਉਤਰਾ ਚੜਾਅ ਆਉਂਦੇ ਹੈ। ਮਨ ਨੂੰ ਹੀ ਸਾਰੇ ਇਹ ਰੋਗ ਵਿਆਪਦੇ ਹੈ। ਸਰੀਰ ਕਰਕੇ ਫਿਰ ਬੇਚੈਨ ਰਹਿੰਦਾ ਹੈ। ਪਰ ਜਦੋਂ ਸੱਚਾ ਨਾਮ ਨਿਵਾਸ ਕਰਦਾ ਹੈ ਤੇ ਹਜ਼ੂਰ ਨੇ ਕਿਹਾ ਕਿ ਨਾਮ ਦੀ ਬਰਕਤ ਕਰਕੇ ਫਿਰ ਉਹ ਵੀ ਸੱਚ ਸਰੂਪ ਹੀ ਹੋ ਜਾਂਦਾ ਹੈ। ਆਪ ਜੀਵ ਸੱਚੇ ਦਾ ਰੂਪ ਬਣ ਜਾਂਦਾ ਹੈ। ਇਹ ਕਲਾ ਵਰਤਦੀ ਹੈ ਮਹਾਰਾਜ ਜੀ ਦੀ ਸਾਧ ਸੰਗਤ ਨਾਲ। ਜਿਹੜਾ ਸੰਗਤ ਕਰਦਾ ਪ੍ਰੇਮ ਦੇ ਨਾਲ, ਸੱਚ ਨਿਵਾਸ ਕਰੇ ਸੱਚ ਸੋਏ। ਮਹਾਰਾਜ ਕਹਿੰਦੇ ਜਦੋਂ ਸੱਚਾ ਆਪ ਹੀ ਨਿਵਾਸ ਕਰ ਲੈਂਦਾ ਆ ਕਰਕੇ ਹਿਰਦੇ ਦੇ ਅੰਦਰ, ਫਿਰ ਉਸ ਨੂੰ ਸਾਧ ਸੰਗਤ ਜੀ ਜੀਵ ਨਹੀਂ ਕਿਹਾ ਜਾ ਸਕਦਾ। ਉਸ ਨੂੰ ਫਿਰ ਕੇਵਲ ਜਿਹੜਾ ਹੈ ਜਗਿਆਸੂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਗਿਆਸਾ ਤਾਂ ਜਦੋਂ ਸੀਗੀ ਉਦੋਂ ਕਮਾਈ ਕਰਦਾ ਸੀ, ਪਰ ਜਦੋਂ ਮਹਾਰਾਜ ਨੇ ਆਪ ਹੀ ਆ ਕੇ ਨਿਵਾਸ ਕਰ ਲਿਆ ਫਿਰ ਪ੍ਰਾਪਤੀ ਹੋ ਗਈ। ਉਹ ਸੱਚੇ ਦਾ ਸਰੂਪ ਹੀ ਮਹਾਰਾਜ ਕਹਿੰਦੇ ਹੋ ਜਾਂਦੇ ਆ ਸੰਗਤ ਕਰਦੇ ਹੋਏ। ਸੱਚੇ ਬਾਣੇ ਜੁਗ ਚਾਰੇ ਜਾਪੈ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਨਾ, ਹਜੂਰ ਕਹਿੰਦੇ ਇਹ ਸੱਚੀ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲੀ ਹੈ ਤੇ ਚੌਹਾਂ ਯੁੱਗਾਂ ਵਿੱਚ ਜਾਣੀ ਜਾਵੇਗੀ। ਇਹ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਤ੍ਰਈ ਕਾਲ ਆਬਾਦ ਹੈ, ਸਤ ਸਰੂਪ ਹੈ, ਸਦਾ ਰਹਿਣ ਵਾਲੀ ਹੈ। ਮਹਾਰਾਜ ਕਹਿੰਦੇ ਚੌਹਾਂ ਯੁੱਗਾਂ ਵਿੱਚ ਜਿਹੜੀ ਹੈ ਜਾਣੀ ਜਾਵੇਗੀ। ਇਸੇ ਪ੍ਰਕਾਰ ਹੀ ਸੱਚੇ ਬਾਣੇ ਜੁਗ ਚਾਰੇ ਜਾਪੈ। ਨਿਰੰਕਾਰ ਦੀ ਜਿਹੜੀ ਪ੍ਰਾਪਤੀ ਵਾਲੀ ਸੱਚੀ ਬਾਣੀ ਹੈ ਨਾ, ਇਹ ਸਾਧ ਸੰਗਤ ਜੀ ਚੌਹਾਂ ਯੁੱਗਾਂ ਵਿੱਚ ਹੀ ਜਾਣੀ ਗਈ ਹੈ। ਉਹ ਸੱਚੀ ਬਾਣੀ ਜੋ ਭਗਤ ਪ੍ਰਹਲਾਦ ਜੀ ਨੇ ਸਤਯੁਗ ਵਿੱਚ ਗਾਈ ਸੀ, ਜਿਹੜਾ ਨਾਮ ਭਗਤ ਪ੍ਰਹਲਾਦ ਜੀ ਨੇ ਸਤਯੁਗ ਵਿੱਚ ਜਪਿਆ ਸੀ। ਸਤਯੁਗ ਦੇ ਵਿੱਚ ਵੀ ਮਹਾਰਾਜ ਦਾ ਨਾਮ ਜਾਣਿਆ ਜਾਂਦਾ ਸੀ, ਭਾਵੇਂ ਕਿ ਉਦੋਂ ਹੋਰ ਵੀ ਬੜੇ ਸਾਧਨ ਸਨ, ਪਰ ਉਦੋਂ ਵੀ ਨਾਮ ਦੀ ਮਹਿਮਾ ਵੱਡੀ ਸੀ। ਭਾਵੇਂ ਉਹਨਾਂ ਸਾਧਨਾਂ ਦੇ ਫਲ ਵੀ ਮਿਲਦੇ ਸੀ, ਪਰ ਨਾਮ ਤੋਂ ਵੱਡਾ ਸਤਯੁਗ ਵਿੱਚ ਵੀ ਕੋਈ ਫਲ ਨਹੀਂ ਸੀ ਹੋਰ। ਫਿਰ ਸਾਧ ਸੰਗਤ ਜੀ ਜਿਹੜਾ ਹੈ ਤ੍ਰੇਤਾ ਯੁੱਗ, ਇਹਦੇ ਵਿੱਚ ਭਗਤ ਹੋਏ ਹਨੂਮਾਨ ਜੀ ਵਰਗੇ, ਜਿਨ੍ਹਾਂ ਨੇ ਨਾਮ ਦੀ ਮਹਿਮਾ ਨੂੰ ਜਾਣ ਕਰਕੇ ਆਪਣੇ ਹਿਰਦੇ 'ਚ ਹੀ ਧਾਰਨ ਕਰ ਲਿਆ ਸੀਗਾ। ਜੇ ਤ੍ਰੇਤਾ ਯੁੱਗ ਹੈ, ਇਹਦੇ ਵਿੱਚ ਵੀ ਭਾਵੇਂ ਹੋਰ ਸਾਧਨ ਨੇ, ਯੱਗ ਤਪ ਆਦਿਕ, ਪਰ ਨਾਮ ਦੀ ਮਹਿਮਾ ਫਿਰ ਵੀ ਸਭ ਤੋਂ ਵੱਡੀ ਹੈ। ਇਹ ਨਾਮ ਰੂਪੀ ਬਾਣੀ ਜਿਹੜੀ ਹੈ ਚੌਹਾਂ ਯੁੱਗਾਂ ਵਿੱਚ ਹੀ ਜਾਣੀ ਗਈ ਹੈ। ਭਗਤਾਂ ਨੇ ਪ੍ਰਤਾਪ ਜਾਣਿਆ ਨਾਮ ਦਾ। ਦੁਆਪਰ ਯੁੱਗ ਆਇਆ ਤੇ ਬਿਦਰ ਜੀ ਨੇ ਵੀ ਨਾਮ ਹੀ ਹਿਰਦੇ ਵਿੱਚ ਵਸਾ ਲਿਆ ਹੈ। ਕਲ ਯੁੱਗ ਵੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਸਭ ਫੋਕਟ ਵੈ। ਭਗਤ ਬਾਬਾ ਨਾਮਦੇਵ ਜੀ ਕਹਿੰਦੇ ਆ ਨਾਮ ਤੋਂ ਬਿਨਾਂ ਸਭ ਖਾਲੀ ਹੈ। ਕਿਉਂਕਿ ਕਲ ਯੁੱਗ ਦਾ ਤੇ ਫਿਰ ਧਰਮ ਹੀ ਨਿਰੰਕਾਰ ਨੇ ਥਾਪ ਦਿੱਤਾ ਨਾ, ਕਿ ਬਾਕੀ ਸਾਧਨ ਫਲਣੇ ਹੀ ਨਹੀਂ, ਕੇਵਲ ਨਾਮ ਫਲੇਗਾ। ਬਾਕੀ ਯੁੱਗਾਂ ਵਿੱਚ ਪੂਜਾ ਜਗ ਤਪ ਇਹ ਫਲਦੇ ਸੀਗੇ, ਸਤ ਪ੍ਰਤੱਗੀ ਸੀਗੇ ਲੋਕ, ਪਰ ਸਾਧ ਸੰਗਤ ਜੀ ਫਿਰ ਵੀ ਉੱਥੇ ਨਾਮ ਦੀ ਹੀ ਮਹਿਮਾ। ਤੇ ਕਲਯੁੱਗ ਦੇ ਵਿੱਚ ਤਾਂ ਕੋਈ ਹੋਰ ਪੂਜਾ ਜਗ ਤਪ ਸਤ ਪ੍ਰਤੱਗੀ ਹੋਣਾ ਫਲਦਾ ਹੀ ਨਹੀਂ, ਇੱਥੇ ਤਾਂ ਨਾਮ ਹੀ ਕੇਵਲ ਫਲਦਾ ਹੈ। ਇਸ ਕਰਕੇ ਚਾਰ ਯੁੱਗਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਬਾਣੀ ਦੀ ਹੀ ਮਹਿਮਾ ਜਿਹੜੀ ਹੈ ਸਤਿਗੁਰੂ ਜੀ ਕਹਿੰਦੇ ਉਹ ਜਾਣੀ ਗਈ ਹੈ। ਚੌਹਾਂ ਯੁੱਗਾਂ ਦੇ ਜੀਵਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਨਾਮ ਰੂਪੀ ਬਾਣੀ ਨੂੰ ਜਾਣਿਆ ਏ।
ਸਭ ਕਿਛ ਸਾਚਾ ਆਪੇ ਆਪੈ। ਉਹ ਸੱਚਾ ਜੋ ਨਿਰੰਕਾਰ ਹੈ ਨਾ ਗੁਰਸਿੱਖੋ, ਉਹ ਸਭ ਕੁਝ ਆਪ ਹੀ ਆਪ ਹੈ। ਉਹ ਸੁੱਧ ਬ੍ਰਹਮ ਰੂਪ ਵੀ ਆਪ ਹੈ, ਗੁਰੂ ਰੂਪ ਹੋ ਕਰਕੇ ਉਪਦੇਸ਼ ਵੀ ਆਪ ਹੀ ਦੇ ਰਿਹਾ ਹੈ, ਤੇ ਜਗਿਆਸੂ ਰੂਪ ਹੋ ਕਰਕੇ ਸਮਝ ਵੀ ਆਪ ਹੀ ਰਿਹਾ, ਸਿੱਖ ਰੂਪ ਹੋ ਕਰਕੇ ਸਭ ਕੁਝ ਉਹ ਆਪ ਹੀ ਹੈ। ਜਦੋਂ ਕਿਰਪਾ ਕਰਦਾ ਹੈ ਨਾ, ਉਦੋਂ ਫਿਰ ਜੀਵ ਦੇ ਭਾਗ ਜਾਗਦੇ ਆ ਤੇ ਉਹਦੇ ਅੰਦਰ ਗਿਆਨ ਮਿੱਠਾ ਲੱਗਦਾ ਹੈ। ਤੇ ਫਿਰ ਜਿਹਨੂੰ ਇਹ ਪ੍ਰਾਪਤੀ ਹੋ ਰਹੀ ਹੈ, ਜਿਹੜਾ ਤੁਰ ਰਿਹਾ ਹੈ, ਉਹਨੂੰ ਕੀ ਸਮਝ ਪੈ ਰਹੀ ਹੈ? ਉਹਨੂੰ ਇਹ ਨਿਰੰਕਾਰ ਸੁਝਾ ਰਹੇ ਹੈ ਕਿ ਅਸੀਂ ਆਪ ਹੀ ਸਭ ਕੁਝ ਕਰ ਰਹੇ ਹਾਂ। ਅਸੀਂ ਆਪ ਹੀ ਤੇਰੇ ਉੱਤੇ ਦ੍ਰਿਸ਼ਟੀ ਕਰਕੇ, ਤੇਰੀ ਅਲਪਗਤਾ ਨਾਸ਼ ਕਰਕੇ ਤੈਨੂੰ ਆਪਣੇ ਸੁੱਧ ਸਰੂਪ ਵਿੱਚ ਅਭੇਦ ਕਰ ਰਹੇ ਹਾਂ। ਜਦੋਂ ਇਹ ਭੇਦ ਖੁੱਲ ਜਾਂਦਾ ਜਗਿਆਸੂ ਦੇ ਤਾਈਂ, ਫਿਰ ਉਹਨੂੰ ਲੇਸ਼ ਮਾਤਰ ਵੀ ਹੰਗਤਾ ਨਹੀਂ ਰਹਿੰਦੀ ਹੈ ਕਿ ਪਰਮੇਸ਼ਰ ਆਪ ਹੀ ਸਭ ਕੁਝ ਕਰ ਰਿਹਾ ਹੈ। ਗੁਰੂ ਸਾਹਿਬ ਜੀ ਦੇ ਰੂਪ ਵਿੱਚ ਵੀ ਵਾਹਿਗੁਰੂ ਜੀ ਆਪ ਹੀ ਬੈਠੇ ਉਪਦੇਸ਼ ਦੇ ਰਹੇ ਹੈ, ਤੇ ਮਹਾਰਾਜ ਸਾਡੇ ਅੰਦਰ ਬੈਠੇ ਹੋਏ ਆਪ ਹੀ ਉਪਦੇਸ਼ ਸੁਣ ਰਹੇ ਆ। ਨਿਰੰਕਾਰ ਆਪ ਹੀ ਸਾਥੋਂ ਕਮਾਈ ਕਰਵਾ ਰਹੇ ਹੈ, ਤੇ ਆਪ ਹੀ ਕਿਰਪਾ ਕਰਕੇ ਆਪਣੇ ਆਪ ਵਿੱਚ ਸਾਨੂੰ ਅਭੇਦ ਕਰ ਰਹੇ ਹੈ। ਇਹ ਵੇਖੋ ਸਤਿਗੁਰੂ ਜੀ ਦੀ ਪਵਿੱਤਰ ਬਾਣੀ, ਮਹਾਰਾਜ ਇੰਨੀ ਕਠਿਨ ਸੇਵਾ ਕਰਕੇ ਵੀ ਹਜੂਰ ਕਹਿੰਦੇ ਨੇ ਆਪ ਨਿਰੰਕਾਰ ਨੇ ਸਾਥੋਂ ਕਰਾਈ ਹੈ। ਅਸੀਂ ਕੌਣ ਸੇਵਾ ਕਰਨ ਵਾਲੇ ਗੁਰਸਿੱਖੋ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਨਿਰੰਕਾਰ ਨੇ ਸਾਡੇ ਤੇ ਕਿਰਪਾ ਕੀਤੀ ਹੈ। ਉਹ ਸਭ ਕੁਝ ਆਪ ਹੀ ਹੈ। ਗੁਰੂ ਅੰਗਦ ਸਾਹਿਬ ਰੂਪ ਵਿੱਚ ਵੀ ਆਪ ਹੀ ਨਿਰੰਕਾਰ ਬੈਠਾ ਹੈ। ਸਾਡੇ ਵਿੱਚ ਵੀ ਪਿਆਰ ਲਾ ਕੇ ਨਿਰੰਕਾਰ ਨੇ ਆਪ ਹੀ ਗੁਰੂਦੇਵ ਦੀ ਸੇਵਾ ਸਾਥੋਂ ਕਰਵਾਈ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਸਿੱਖੋ, ਜਦੋਂ ਸੰਗਤ ਕਰੋ, ਪ੍ਰੇਮ ਕਰੋ, ਸ਼ਬਦ ਦਾ ਅਭਿਆਸ ਕਰੋ, ਇਹ ਨਾ ਜਾਣੋ ਕਿ ਮੈਂ ਪ੍ਰੇਮ ਕਰ ਰਿਹਾ, ਮੈਂ ਸ਼ਬਦ ਦਾ ਅਭਿਆਸ ਕਰ ਰਿਹਾ। ਨਹੀਂ, ਸਭ ਕੁਝ ਉਹ ਆਪ ਹੀ ਪਰਮੇਸ਼ਰ ਕਰ ਰਿਹਾ ਹੈ। ਉਹ ਉਹਦੀ ਖੇਲ ਹੈ ਪਰਮੇਸ਼ਰ ਦੀ, ਕਿ ਉਹ ਤੁਹਾਨੂੰ ਪਿਆਰ ਦੇ ਮਾਰਗ ਤੇ ਚਲਾਉਂਦਾ ਹੋਇਆ ਇਹ ਖੇਲ ਦੇ ਖੇਲਣ ਦਾ ਉਤਸ਼ਾਹ ਦੇ ਰਿਹਾ ਹੈ। ਇਹ ਨਿਰੰਕਾਰ ਦੀ ਆਪਣੀ ਕਿਰਪਾ ਹੈ। ਤੋ ਹਜੂਰ ਫਰਮਾਉਂਦੇ ਹਨ, ਸਭ ਕਿਛ ਸਾਚਾ ਆਪੇ ਆਪੈ। ਉਹ ਸੱਚਾ ਨਿਰੰਕਾਰ ਸਾਰਾ ਕੁਝ ਹੀ ਜੋ ਕਰਨ ਵਾਲਾ ਹੈ ਨਾ, ਉਹ ਆਪ ਹੀ ਕਰਦਾ ਹੈ। ਆਪ ਹੀ ਆਪ ਮਹਾਰਾਜ ਕਹਿੰਦੇ ਵਰਤ ਰਿਹਾ ਏ। ਕਰਮ ਹੋਵੈ ਸਤ ਸੰਗ ਮਿਲਾਏ। ਜਦੋਂ ਸਤ ਸੰਗਤ ਦੇ ਅੰਦਰ ਜੀਵ ਆ ਮਿਲਦਾ ਹੈ, ਮਹਾਰਾਜ ਕਹਿੰਦੇ ਨਿਸ਼ਕਾਮ ਕਰਮ ਕੀਤੇ ਜਿਹੜੇ ਨੇ ਉਹ ਜਾਗ ਪੈਂਦੇ ਮਸਤਕ ਤੇ। ਕਰਮ ਕੀਤੇ ਹੋਏ ਜਦੋਂ ਪ੍ਰਗਟ ਹੁੰਦੇ ਆ ਨਾ ਸੁਭ, ਤੇ ਉਦੋਂ ਵਾਹਿਗੁਰੂ ਜੀ ਫਿਰ ਸਾਧ ਸੰਗਤ ਵਿੱਚ ਮਿਲਾ ਦਿੰਦੇ ਆ। ਏਡਾ ਜਦੋਂ ਅੰਕੁਰ ਪਿਛਲਾ ਕੋਈ ਪ੍ਰਗਟ ਹੋ ਜਾਂਦਾ ਹੈ, ਉਦੋਂ ਮਹਾਰਾਜ ਦੀ ਸਾਧ ਸੰਗਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਇਸੇ ਪ੍ਰਕਾਰ ਹੀ ਕਰਮ ਹੋਵੈ ਸਤ ਸੰਗ ਮਿਲਾਏ। ਕਰਮ ਬਖਸ਼ਿਸ਼ ਹੋਵੇ ਜਦੋਂ ਨਿਰੰਕਾਰ ਦੀ, ਫਿਰ ਮਹਾਰਾਜ ਇਹੋ ਜੀ ਕਿਰਪਾ ਕਰਦੇ ਆ ਵਾਹਿਗੁਰੂ ਜੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਸਾਧ ਸੰਗਤ ਦੇ ਅੰਦਰ ਮਿਲਾ ਦਿੰਦੇ ਆ, ਜੋੜ ਪਾ ਦਿੰਦੇ ਸੰਗਤ ਵਿੱਚ। ਹਰ ਗੁਣ ਗਾਵੈ ਬੈਸ ਸੋ ਥਾਏ। ਤੇ ਉਹ ਫਿਰ ਬੈਸ ਸੋ ਥਾਏ, ਬੈਠ ਕਰਕੇ ਸ੍ਰੇਸ਼ਟ ਥਾਂ ਦੇ ਉੱਤੇ ਕੀ ਕਰਦਾ ਹੈ? ਉਹ ਪ੍ਰਾਣੀ ਜਿਹਦੇ ਤੇ ਬਖਸ਼ਿਸ਼ ਹੁੰਦੀ ਹੈ, ਜਿਹਦੇ ਕਰਮ ਜਾਗਦੇ ਹੈ, ਸਾਧ ਸੰਗਤ ਜੀ ਉਹ ਹਰੀ ਦੇ ਗੁਣ ਗਾਉਣ ਲੱਗ ਜਾਂਦਾ ਹੈ। ਵਾਹਿਗੁਰੂ ਦੀ ਮਹਿਮਾ ਵਿੱਚ ਉਸ ਦਾ ਚਿੱਤ ਜੁੜ ਜਾਂਦਾ ਹੈ। ਇਹ ਸ੍ਰੇਸ਼ਟ ਥਾਂ ਸਾਧ ਸੰਗਤ ਵਿੱਚ ਆ ਕਰਕੇ ਉਹ ਬੈਠ ਜਾਂਦੇ ਹੈ। ਆਪਣੇ ਚਿੱਤ ਨੂੰ ਵੀ ਜਿਹੜਾ ਇਕਾਗਰ ਕਰਨਾ ਨਾ, ਇਹ ਬਿਠਾਉਣਾ ਹੈ, ਤੇ ਸਰੀਰ ਕਰਕੇ ਵੀ ਬੈਠ ਜਾਂਦੇ ਐ, ਅੰਦਰੋਂ ਵੀ ਇਕਾਗਰ ਹੋ ਜਾਂਦੇ ਐ। ਬੈਸ ਸੋ ਥਾਨ ਹਰ ਗੁਣ ਗਾਏ, ਹਰੀ ਦੇ ਗੁਣਾਂ ਨੂੰ ਗਾਉਂਦੇ ਐ। ਸ੍ਰੇਸ਼ਟ ਥਾਂ ਸਾਧ ਸੰਗਤ ਦੇ ਅੰਦਰ ਬੈਠ ਕਰਕੇ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਲੋ ਇਹ ਜਿਹਵਾ ਦੂਜਾ ਪਾਏ। ਹਜੂਰ ਫਰਮਾਉਂਦੇ ਐ ਕਿ ਜਿਹੜੀ ਜਿਹਬਾ ਦੁਐਤ ਭਾਵ ਵਾਲੀਆਂ ਗੱਲਾਂ ਬੋਲਦੀ ਹੈ ਨਾ, ਉਹ ਜੀਭਾ ਹਜੂਰ ਕਹਿੰਦੇ ਸਾੜੀ ਜਾਣੀ ਚਾਹੀਦੀ ਹੈ। ਜਲੋ ਇਹ ਜਿਹਵਾ, ਜਲ ਜਾਣੀ ਚਾਹੀਦੀ ਹੈ। ਸੰਸਾਰ ਦੀਆਂ ਹੀ ਵਡਿਆਈਆਂ ਕਰਦੇ ਰਹਿੰਦੇ ਐ, ਮਾਇਆ ਦੀ ਬੜੀ ਉਸਤਤ ਗਾਉਂਦੇ ਐ,
ਬੜੀ ਸਾਧ ਸੰਗਤ ਜੀ ਵੇਖ ਲੋ, ਸੰਸਾਰ ਦੀ ਹੀ ਮਹਿਮਾ ਲੋਕ ਆਪਸ ਵਿੱਚ ਕਰਦੇ ਰਹਿੰਦੇ, ਆਪ ਦੀਆਂ ਰਿਸ਼ਤੇਦਾਰੀਆਂ ਦਾ ਜਸ ਗਾਉਂਦੇ ਰਹਿੰਦੇ, ਆਪ ਦੀ ਸਰੀਰ ਦੀ ਵਡਿਆਈ, ਆਪ ਦੇ ਗੁਣਾਂ ਦੀ ਵਡਿਆਈ। ਇਹ ਦੂਜੇ ਭਾਵ ਵਾਲੀਆਂ ਹੀ ਗੱਲਾਂ ਨੇ, ਕਿਉਂਕਿ ਪਰਮੇਸ਼ਰ ਦੀ ਵਡਿਆਈ ਨਹੀਂ ਨਾ ਕਰਦੇ, ਮਾਇਆ ਦੀ ਮਹਿਮਾ ਕਰਦੇ ਐ। ਫਿਰ ਈਰਖਾ ਦੀਆਂ ਗੱਲਾਂ, ਇਹ ਦੁਵੈਤ ਵਾਲੀਆਂ ਗੱਲਾਂ ਹਨ, ਤੇ ਇਹਨਾਂ ਤੋਂ ਬਿਨਾਂ ਤਾਂ ਫਿਰ ਜੀ ਨਹੀਂ ਲੱਗਦਾ ਹੈ। ਦਿਲ ਹੀ ਇਹਨਾਂ ਕਰਕੇ ਲੱਗਦਾ ਹੈ। ਕੰਮ ਦੀ ਗੱਲ ਤਾਂ ਝੱਟ ਖਤਮ ਹੋ ਜਾਂਦੀ ਹੈ ਜੇ ਕਰਨੀ ਹੈ, ਤੇ ਫਾਲਤੂ ਗੱਲਾਂ ਦੇ ਵਿੱਚ ਫਿਰ ਇੱਕ ਦੂਸਰੇ ਦਾ ਜਿਹੜਾ ਨਰਾਦਰ ਤੇ ਦੂਸਰੇ ਦੀ ਦੂਸਰੇ ਕੋਲ ਬਤਕੋਈ ਕਰਨੀ, ਨਿੰਦਾ ਕਰਨੀ, ਇਹ ਦੂਜੇ ਭਾਵ ਵਾਲੀਆਂ ਗੱਲਾਂ ਨੇ ਸਾਰੀਆਂ। ਈਰਖਾ ਦੀਆਂ ਗੱਲਾਂ ਕਰ ਕਰਕੇ ਮਹਾਰਾਜ ਕਹਿੰਦੇ ਨੇ ਜੀਵ ਸਮਾਂ ਬਰਬਾਦ ਕਰਦੇ ਐ। ਤੇ ਜਿਹੜੀ ਜੀਭਾ ਨਾਲ ਬੋਲਦੇ ਆ ਫਾਲਤੂ ਗੱਲਾਂ, ਦੁਵੈਤ ਭਾਵ ਵਾਲੀਆਂ, ਮਾਇਆ ਵਾਲੀਆਂ, ਪਰਮੇਸ਼ਰ ਤੋਂ ਤੋੜਨ ਵਾਲੀਆਂ, ਵਕਾਰਾਂ ਵਾਲੀਆਂ ਗੱਲਾਂ, ਉਹ ਜੀਭਾ ਮਹਾਰਾਜ ਕਹਿੰਦੇ ਜਲੀ ਜਾਣੀ ਚਾਹੀਦੀ ਹੈ, ਸੜ ਜਾਣੀ ਚਾਹੀਦੀ। ਉਹ ਜੀਭਾ ਇੰਨਾ ਜ਼ਿਆਦਾ ਬੋਲਦੀ ਹੈ, ਨਾਮ ਜਪਣ ਵੇਲੇ ਤਾਂ ਮਰੀ ਜਾਂਦੀ ਹੈ, ਉਦੋਂ ਤਾਂ ਹੱਤਿਆ ਹੋ ਜਾਂਦੀ ਇਸ ਦੀ। ਇਹ ਜਿਹਵਾ ਹਜੂਰ ਕਹਿੰਦੇ ਜਲ ਜਾਵੇ, ਸੜ ਜਾਵੇ, ਜਿਹੜੇ ਦੂਜੇ ਭਾਵ ਦੀਆਂ ਗੱਲਾਂ ਕਰਦੀ ਹੈ, ਸੰਸਾਰ ਦੀ ਉਸਤਤ ਕਰਦੀ ਆ। ਹਰ ਰਸ ਨਾ ਚਾਖੈ ਫਿਕਾ ਆਲਾਏ। ਮਹਾਰਾਜ ਇਹਨਾਂ ਆਪ ਨੇ ਬੜਾ ਬਚਨ ਕਿਹਾ ਹੈ ਕਿ ਜਿਹੜੀ ਜੀਭਾ ਸੜ ਜਾਣੀ ਚਾਹੀਦੀ ਹੈ। ਮਹਾਰਾਜ ਇਹ ਕਾਰਨ ਕੀ ਹੈ? ਸਤਿਗੁਰੂ ਕਹਿੰਦੇ ਹਰੀ ਰਸ ਨਹੀਂ ਨਾ ਚੱਖਦੀ ਉਹ ਰਸਨਾ, ਤੇ ਫਿਰ ਫੀਕਾ ਆਲਾਏ, ਫਿੱਕੇ ਹੀ ਮੁਖ ਤੋਂ ਬੋਲਦੀ ਰਹਿੰਦੀ ਹੈ। ਤੇ ਜਿਹੜਾ ਸਾਧ ਸੰਗਤ ਜੀ ਬੜਾ ਸਤਿਗੁਰੂ ਜੀ ਦੇ ਗਿਆਨ ਨੂੰ ਵੀ ਕਥਨ ਕਰ ਲੈਣਾ, ਉਹ ਵੀ ਬੋਲ ਫਿੱਕੇ ਹੀ ਫਿਰ ਮੁਖ ਤੋਂ ਨਿਕਲਦੇ, ਕਿਉਂਕਿ ਆਪ ਨਹੀਂ ਜਦੋਂ ਕਮਾਈ ਕੀਤੀ। ਜਿੰਨਾ ਚਿਰ ਆਪ ਨਾ ਕਮਾਈ ਕਰੀਏ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਕਹੇ ਹੋਏ ਉਪਦੇਸ਼ ਦੇ ਬੋਲ ਜਿਹੜੇ ਆ ਨਾ, ਉਹ ਮਨ ਤੇ ਅਸਰ ਨਹੀਂ ਕਰਦੇ ਹਨ। ਜਦੋਂ ਸਾਧ ਸੰਗਤ ਆਪ ਮਨ ਦੀ ਪ੍ਰੀਤ ਨਾਲ ਕਰੀਏ, ਫਿਰ ਸਤਿਗੁਰੂ ਜੀ ਦਾ ਕਿਹਾ ਹੋਇਆ ਉਪਦੇਸ਼ ਮਨ ਤੇ ਅਸਰ ਕਰਦਾ ਹੈ। ਕਮਾਈ ਕਰੀਏ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਪਾ ਕਰਕੇ, ਫਿਰ ਮਨ ਵਿੰਨਿਆ ਜਾਂਦਾ ਹੈ। ਉਸ ਤਰ੍ਹਾਂ ਮਨ ਨਹੀਂ ਵਿੰਨਿਆ ਜਾਂਦਾ, ਜਿਵੇਂ ਉਹ ਕਹਿੰਦੇ ਪ੍ਰਮਾਣ ਕੇ ਹੀਰੇ 'ਚ ਛੇਕ ਪਾਉਣਾ ਤੇ ਹੀਰਾ ਹੀ ਛੇਕ ਪਾਉਂਦਾ ਹੈ, ਹੋਰ ਕਿਸੇ ਤਰੀਕੇ ਨਾਲ ਹੀਰੇ 'ਚ ਛੇਕ ਨਹੀਂ ਪੈਂਦਾ। ਜਿਹੜੇ ਉਹ ਮਾਹਰ ਲੋਕ ਵੈ, ਜੌਹਰੀ ਲੋਕ ਵੈ, ਉਹ ਬਰਮੇ ਦੇ ਅੱਗੇ ਹੀਰੇ ਦੀ ਕਣੀ ਲਾ ਕਰਕੇ ਫਿਰ ਹੀਰੇ ਵਿੱਚ ਛੇਕ ਪਾਉਂਦੇ ਹੈ। ਤੇ ਮਨ ਜਿਹੜਾ ਹੈ ਇਹ ਬਹੁਤ ਸੂਖਸ਼ਮ ਹੈ, ਤੇ ਸੂਖਸ਼ਮ ਮਨ ਦੇ ਅੰਦਰ ਛੇਕ ਤਾਂ ਫਿਰ ਮਹਾਰਾਜ ਦਾ ਨਾਮ ਹੀ ਪਾਉਂਦਾ ਹੈ, ਕਿਉਂਕਿ ਨਾਮ ਹੀ ਸੂਖਸ਼ਮ ਹੈ। ਨਾਮ ਰੂਪੀ ਹੀਰਾ ਹੀ ਮਨ ਰੂਪੀ ਹੀਰੇ ਦੇ ਅੰਦਰ ਛੇਕ ਪਾ ਸਕਦਾ ਹੈ। ਤੇ ਇਹ ਛੇਕ ਪੈਂਦਾ ਬਰਾਗ ਦਾ ਛੇਕ। ਜਦੋਂ ਬਰਾਗ ਦਾ ਛੇਕ ਪੈ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੀ ਇਹ ਮਨ ਸੁੱਧ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਜੀਭਾ ਹਜੂਰ ਫਰਮਾਉਂਦੇ ਹਨ, ਹਰ ਰਸ ਨਾ ਚਾਖੈ ਫਿਕਾ ਆਲਾਏ। ਹਰੀ ਰਸ ਨੂੰ ਨਹੀਂ ਚੱਖਦੀ ਹੈ ਤੇ ਫਿੱਕਾ ਹੀ ਅਲਾਉਂਦੀ ਬੋਲਦੀ ਰਹਿੰਦੀ ਹੈ। ਫਿੱਕੇ ਬੋਲ ਸੰਸਾਰ ਦੇ ਅੰਦਰ ਬੋਲਦੀ ਰਹਿੰਦੀ ਹੈ। ਵਾਹਿਗੁਰੂ ਦੇ ਨਾਮ ਦਾ ਮਿੱਠਾ ਰਸ ਨਹੀਂ ਚੱਖਦੀ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਤੇਰੀ ਹਾਲਤ ਹੈ, ਤੂੰ ਮਿੱਠਾ ਹਰੀ ਨਾਮ ਰਸ ਨਹੀਂ ਚੱਖਿਆ, ਤੇ ਫਿੱਕੇ ਐਵੇਂ ਬਚਨ ਜਿਹੜੇ ਆ ਆਪਣੇ ਮੁਖ ਤੋਂ ਬੋਲਦੀ ਰਹਿਨੀ। ਇਸ ਕਰਕੇ ਇਹ ਜੇਬਾ, ਜੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਬੋਲਦੀ ਤੇ ਦੁਆਇਤ ਵਾਲੀਆਂ ਗੱਲਾਂ ਕਰਦੀਆਂ, ਝਗੜਿਆਂ ਵਾਲੀਆਂ, ਈਰਖਾ ਵਾਲੀਆਂ, ਤਾਂ ਫਿਰ ਸੜੀ ਜਾਣੀ ਚਾਹੀਦੀ ਇਹ ਜੀ ਜੀਬਾ। ਬਿਨਾ ਬੂਝੇ ਤਨ ਮਨ ਫਿਕਾ ਹੋਏ। ਬਿਨਾ ਆਪਣੇ ਸਰੂਪ ਨੂੰ ਬੁੱਝੇ ਸਮਝੇ ਤੋਂ ਬਿਨਾ, ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਤਨ ਵੀ ਤੇ ਮਨ ਵੀ ਫਿੱਕਾ ਹੀ ਰਹਿੰਦਾ। ਫਿਰ ਇਸੇ ਕਰਕੇ ਸਾਧ ਸੰਗਤ ਜੀ ਜਿੰਨਾ ਚਿਰ ਮਨ ਦੇ ਉੱਤੇ ਅਸਰ ਨਹੀਂ ਨਾ ਪੈਂਦਾ, ਤੇ ਜੀਵ ਤੇ ਉਪਦੇਸ਼ ਵੀ ਅਸਰ ਨਹੀਂ ਕਰਦਾ ਹੈ। ਕਿਉਂ ਨਹੀਂ ਅਸਰ ਕਰਦਾ ਹੈ? ਕਿ ਜੀਵ ਮਨ ਕਰਕੇ ਪ੍ਰੀਤ ਨਹੀਂ ਲਾਉਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨਾਲ ਮਨ ਕਰਕੇ ਜੁੜਦਾ ਨਹੀਂ, ਤੇ ਜਦੋਂ ਮਨ ਦੇ ਅੰਦਰ ਪ੍ਰੀਤ ਹੀ ਨਹੀਂ ਪੈਂਦੀ, ਫਿਰ ਕਿਹਾ ਹੋਇਆ ਉਪਦੇਸ਼ ਇਹਦੇ ਤੇ ਅਸਰ ਹੀ ਨਹੀਂ ਕਰਦਾ ਹੈ। ਤੋ ਹਜੂਰ ਫਰਮਾਉਂਦੇ ਹਨ, ਬਿਨ ਬੂਝੇ ਤਨ ਮਨ ਫਿਕਾ ਹੋਏ। ਬਿਨਾਂ ਸਤਿਗੁਰੂ ਜੀ ਤੋਂ ਪੁੱਛੇ
ਕਿ ਗੁਰੂ ਜੀ ਤੋਂ ਕਦੇ ਪੁੱਛੇ ਹੀ ਨਾ ਆ ਕਰਕੇ ਕਿ ਮਹਾਰਾਜ ਮੈਨੂੰ ਸੁੱਖ ਦਾ ਮਾਰਗ ਦੱਸੋ, ਸੱਚੇ ਪਾਤਸ਼ਾਹ ਮੈਨੂੰ ਮੇਰੇ ਸਰੂਪ ਦੀ ਸੋਝੀ ਦਿਓ। ਇਹ ਪੁੱਛੇ ਹੀ ਨਾ ਕਦੇ ਪੂਰੇ ਗੁਰੂ ਜੀ ਤੋਂ ਆ ਕਰਕੇ, ਤੇ ਬਿਨ ਬੁੱਝੇ ਫਿਰ ਸਾਧ ਸੰਗਤ ਜੀ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਐ। ਮਨ ਦੇ ਅੰਦਰ ਵੀ ਜਿਹੜਾ ਹੈ ਉਹ ਕੁੜੱਤਣ ਹੀ ਰਹਿੰਦੀ ਹੈ, ਤੇ ਤਨ ਦੇ ਅੰਦਰ ਵੀ ਇੰਦਰੀਆਂ ਕੁੜੱਤਣ ਨਾਲ ਹੀ ਭਰੇ ਰਹਿੰਦੇ ਐ। ਫਿੱਕਾ ਰਹਿੰਦਾ ਹੈ, ਨਾ ਤਨ ਵਿੱਚ ਕੋਈ ਮਿਠਾਸ ਹੈ। ਜਿਨ੍ਹਾਂ ਨੂੰ ਮਹਾਰਾਜ ਨਾਮ ਦਾ ਰਸ ਦਿੱਤਾ ਹੈ ਉਹਨਾਂ ਨੂੰ ਪੁੱਛੋ ਕਿ ਤਨ ਵਿੱਚ ਕਿਵੇਂ ਮਿਠਾਸ ਆਉਂਦੀ ਹੈ। ਉਹਨਾਂ ਦੇ ਸਾਰੇ ਇੰਦਰੀ ਸਾਧ ਸੰਗਤ ਜੀ ਸ਼ਾਂਤ ਰਹਿੰਦੇ ਹੈ। ਜ਼ੁਬਾਨ ਦੇ ਉੱਤੇ ਵੀ ਰਸ ਰਹਿੰਦਾ ਹੈ ਮਿੱਠਾ, ਤੇ ਮਨ ਦੇ ਅੰਦਰ ਵੀ ਐਨ ਸਨਿਗਧ ਹੁੰਦੇ ਆ, ਮਿੱਠੇ ਬੋਲ ਬੋਲਦੇ ਆ। ਉਹਨਾਂ ਦਾ ਤਨ ਮਨ ਹੀ ਮਿੱਠਾ ਹੋ ਜਾਂਦਾ ਹੈ, ਰਸਦਾਇਕ ਹੋ ਜਾਂਦਾ ਹੈ। ਤੇ ਜਿਹੜੇ ਗੁਰੂ ਸਾਹਿਬ ਦਾ ਉਪਦੇਸ਼ ਨਹੀਂ ਮੰਨਦੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਨੂੰ ਕਮਾਉਂਦੇ ਨਹੀਂ, ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਆ। ਬਿਨ ਨਾਵ ਦੁਖਿਆ ਚਲਿਆ ਰੋਏ। ਨਾਮ ਤੋਂ ਬਿਨਾ ਜੀਵ ਦੁਖੀ ਹੋ ਕਰਕੇ ਸੰਸਾਰ ਤੋਂ ਜਦੋਂ ਚੱਲਦਾ ਹੈ ਫਿਰ ਬੜਾ ਰੋਂਦਾ ਹੈ, ਬੜਾ ਪਛਤਾਵਾ ਕਰਦਾ ਹੈ। ਰੋਂਦਾ ਹੋਇਆ ਸੰਸਾਰ ਤੋਂ ਹਜੂਰ ਕਹਿੰਦੇ ਕਰਲਾਉਂਦਾ ਚਲਿਆ ਜਾਂਦਾ ਏ। ਰਸਨਾ ਹਰ ਰਸ ਚਾਖਿਆ ਸਹਿਜ ਸੁਪਾਏ। ਜਿਨ੍ਹਾਂ ਨੇ ਰਸਨਾ ਤੋਂ ਹਰੀ ਨਾਮ ਰਸ ਨੂੰ ਚਖਿਆ ਨਾ, ਹਜੂਰ ਕਹਿੰਦੇ ਉਹਨਾਂ ਨੂੰ ਸਹਿਜ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੋ ਭਾਏ ਸ੍ਰੇਸ਼ਟ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ ਜਦੋਂ ਜਪਦੇ ਆ ਰਸਨਾ ਤੋਂ। ਤੇ ਹਜੂਰ ਕਹਿੰਦੇ ਸਹਿਜ ਸੁਭਾਏ, ਸੁਭਾਵਕ ਹੀ ਸੁਤੇ ਸਿੱਧ ਹੀ ਰਸਨਾ ਦੇ ਉੱਤੇ ਰਸ ਆਉਣ ਲੱਗ ਪੈਂਦਾ, ਆਪਣੇ ਯਤਨ ਨਾਲ ਨਹੀਂ ਲਿਆਇਆ ਜਾਂਦਾ। ਆਪ ਜੇਕਰ ਕਿ ਬਹੁਤ ਜ਼ਿਆਦਾ ਇਸ ਗੱਲ ਦਾ ਕਈ ਝੁਰਾ ਵੀ ਕਰਨ ਲੱਗ ਜਾਂਦੇ ਐ ਕਿ ਪਹਿਲੋਂ ਰਸ ਆਉਂਦਾ ਸੀ ਹੁਣ ਹਟ ਗਿਆ ਹੈ, ਉਸ ਰਸ ਨੂੰ ਬੜਾ ਮਨ ਉਹਨਾਂ ਦਾ ਵਿਆਕੁਲ ਹੁੰਦਾ ਹੈ। ਪਰ ਸਾਧ ਸੰਗਤ ਜੀ ਆਪਣੇ ਹੱਥ ਹੋਵੇ ਤਾਂ ਹਰੇਕ ਜੀਵ ਦੇ ਇਹੀ ਇੱਛਾ ਹੈ ਕਿ ਮੈਂ ਵੀ ਇਸ ਰਸ ਨੂੰ ਪ੍ਰਾਪਤ ਕਰ ਲਾਂ। ਇਹ ਰਸ ਤਾਂ ਮਹਾਰਾਜ ਜੀ ਦੇ ਹੱਥ ਹੈ, ਸੱਚੇ ਪਾਤਸ਼ਾਹ ਦੇ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਐ ਉਦੋਂ ਹੀ ਇਸ ਰਸ ਨੂੰ ਜੀਵ ਪ੍ਰਾਪਤ ਕਰਕੇ ਨਿਹਾਲ ਹੁੰਦਾ ਹੈ। ਜਪੀ ਜਾਣਾ ਚਾਹੀਦਾ ਹੈ, ਸੁਤੇ ਸਿੱਧ ਹੀ ਫਿਰ ਇਹ ਰਸ ਰਸਨਾ ਤੇ ਮਹਾਰਾਜ ਕਹਿੰਦੇ ਪ੍ਰਗਟ ਹੋ ਜਾਂਦਾ ਹੈ। ਜਦੋਂ ਹੁੰਦਾ ਹੈ ਤੇ ਫਿਰ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਸ੍ਰੇਸ਼ਟ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਆ। ਗੁਰ ਕਿਰਪਾ ਤੇ ਸੱਚ ਸਮਾਏ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਫਿਰ ਉਹ ਜੀਵ, ਉਹ ਪ੍ਰਾਣੀ ਸੱਚ ਸਰੂਪ ਦੇ ਅੰਦਰ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ ਵਾਹਿਗੁਰੂ ਦੇ ਵਿੱਚ। ਸਾਚੇ ਰਾਤੇ ਗੁਰ ਸ਼ਬਦ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਚੇ ਪਿਆਰ ਦੇ ਰੰਗ ਵਿੱਚ ਰੰਗੀ ਹੋਈ ਰਸਨਾ, ਉਹਨੂੰ ਇਹ ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੋ ਸ਼ਬਦ ਉਪਦੇਸ਼ ਹੈ ਉਹਦੀ ਜਦੋਂ ਵਿਚਾਰ ਕਰਦਾ ਹੈ ਨਾ ਪ੍ਰਾਣੀ, ਤੇ ਪਤਾ ਲੱਗ ਜਾਂਦਾ ਹੈ ਕਿ ਸਾਰੇ ਰਸ ਫਿੱਕੇ ਹੈ ਸੰਸਾਰ ਦੇ। ਨਾਮ ਰਸ ਮਹਾ ਮਿੱਠਾ ਰਸ ਵੈ, ਇਹਨੂੰ ਚਖਣ ਵਾਸਤੇ ਫਿਰ ਉਹਦੇ ਅੰਦਰ ਜਗਿਆਸਾ ਜਾਗਦੀ ਹੈ, ਤੇ ਗੁਰੂ ਜੀ ਦੇ ਉਪਦੇਸ਼ ਤੇ ਨਿਸ਼ਚਾ ਰੱਖ ਕੇ ਕਮਾਈ ਕਰਨ ਲੱਗ ਜਾਂਦਾ ਹੈ। ਤੇ ਜਦੋਂ ਕਮਾਈ ਕਰਦਾ ਹੈ ਰਸ ਨਹੀਂ ਆਉਂਦਾ ਹੈ, ਪਰ ਫਿਰ ਮਨ ਦੇ ਅੰਦਰ ਧਰਵਾਸ ਰੱਖਦਾ ਮਹਾਰਾਜ ਜੀ ਮੇਰੇ ਜਪਣ 'ਚ ਕੋਈ ਕਸਰ ਹੈ ਤਾਂ ਕਰਕੇ ਕਿ ਮੈਨੂੰ ਰਸ ਨਹੀਂ ਆ ਰਿਹਾ। ਉਹ ਇਹ ਨਹੀਂ ਜਾਣਦਾ ਕਿ ਨਾਮ ਦੇ ਵਿੱਚ ਰਸ ਨਹੀਂ, ਉਹ ਇਹ ਸਮਝਦਾ ਕਿ ਮੇਰੇ ਨਿਸ਼ਚੇ ਵਿੱਚ ਕਚਿਆਈ ਹੈ। ਤੇ ਜਦੋਂ ਸੱਚੇ ਪਾਤਸ਼ਾਹ ਜੀ ਦੇ ਉੱਪਰ ਅਟੁੱਟ ਸ਼ਰਧਾ ਆ ਜਾਂਦੀ ਹੈ, ਨਿਸ਼ਚਾ ਪੱਕਾ ਹੋ ਜਾਂਦਾ ਹੈ, ਜਦੋਂ ਜਪਦਾ ਹੈ ਨਾ ਫਿਰ ਇੱਕ ਇੱਕ ਜਪਣ ਨਾਲ ਉਹਨੂੰ ਪਤਾ ਕਿੰਨਾ ਆਨੰਦ ਤੇ ਕਿੰਨਾ ਰਸ ਆਉਂਦਾ ਹੈ। ਉਹ ਹਟਿਆ ਹੀ ਨਹੀਂ ਜਾਂਦਾ। ਫਿਰ ਭਾਵੇਂ ਕਿ ਸਰੀਰ ਦੇ ਪ੍ਰਾਣ ਵੀ ਨਿਕਲ ਜਾਣ ਤਾਂ ਵੀ ਹਟਿਆ ਨਹੀਂ ਜਾਂਦਾ। ਇਸੇ ਪ੍ਰਕਾਰ ਹੀ ਗੁਰ ਕਿਰਪਾ ਤੇ ਸੱਚ ਸਮਾਏ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਸੱਚੇ ਸਰੂਪ ਦੇ ਅੰਦਰ ਸਮਾ ਜਾਂਦੇ ਆ। ਸਾਚੇ ਰਾਤੇ ਗੁਰ ਸ਼ਬਦ ਵਿਚਾਰ। ਸੱਚੇ ਪਿਆਰ ਦੇ ਰੰਗ ਵਿੱਚ ਰਾਤੀ ਰੰਗੀ ਜਾਂਦੀ ਹੈ ਉਹਨਾਂ ਦੀ ਰਸਨਾ, ਤੇ ਰੱਤੀ ਜਾਂਦੀ ਉਹਨਾਂ ਦੀ ਬਿਰਤੀ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਇਹੋ ਜੀ ਕਲਾ ਵਰਤਦੀ ਹੈ। ਫਿਰ ਪੜ੍ਹਦੇ ਹੋ ਇਹੀ ਪੰਕਤੀ। ਸਾਚੇ ਰਾਤੇ ਗੁਰ ਸ਼ਬਦ ਵਿਚਾਰ। ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨਾਲ, ਸ਼ਬਦ ਬ੍ਰਹਮ ਦੀ ਵਿਚਾਰ ਦੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਆ। ਅੰਮ੍ਰਿਤ ਪੀਵਾ ਨਿਰਮਲ ਧਾਰ। ਫਿਰ ਉਹ ਅੰਮ੍ਰਿਤ ਪੀਂਦੇ ਐ। ਕੈਸਾ ਅੰਮ੍ਰਿਤ? ਇਹ ਨਿਰਮਲ ਪਵਿੱਤਰ ਬ੍ਰਹਮਾਨੰਦ ਦੀ ਧਾਰਾ ਹੀ ਫਿਰ ਸਾਧ ਸੰਗਤ ਜੀ ਚੋ ਪੈਂਦੀ ਅੰਦਰ। ਕਿੱਥੇ ਤਾਂ ਕਦੇ ਰਸ ਆਉਂਦਾ ਹੈ, ਕਦੇ ਹਟ ਜਾਂਦਾ ਸੀ, ਫਿਰ ਕਦੇ ਆ ਜਾਂਦਾ ਸੀ, ਕਦੇ ਕਿੰਨਾ ਕਿੰਨਾ ਚਿਰ ਰਸ ਨਹੀਂ ਸੀ ਆਉਂਦਾ, ਮਨ ਵਿਆਕੁਲ ਹੋ ਜਾਂਦਾ ਸੀ। ਪਰ ਕਮਾਈ ਕਰਨੀ ਨਾ ਛੱਡੀ, ਸਤਿਗੁਰੂ ਜੀ ਦੀ ਸੰਗਤ ਕਰਨੀ ਨਾ ਛੱਡੀ, ਨਿਸ਼ਚੇ ਦੇ ਨਾਲ ਮਹਾਰਾਜ ਜੀ ਦੇ ਨਾਲ ਪ੍ਰੀਤ ਕਰਦੇ ਹੋਏ ਸੰਗਤ ਕਰਦੇ ਰਹੇ। ਤੇ ਇੱਕ ਦਿਨ ਫਿਰ ਇਹੋ ਜਿਹਾ ਆਉਂਦਾ ਹੈ ਜਦੋਂ ਸਾਧ ਸੰਗਤ ਜੀ ਫਿਰ ਇਹ ਨਿਰਮਲ ਪਵਿੱਤਰ ਧਾਰਾ ਜਿਹੜੀ ਹੈ ਬ੍ਰਹਮਾ ਆਨੰਦ ਦੀ, ਇਹ ਅੰਦਰ ਫਿਰ ਵਗ ਪੈਂਦੀ ਹੈ, ਚੱਲ ਪੈਂਦੀ ਹੈ। ਉਹਨਾਂ ਦਾ ਫਿਰ ਜਿਹੜਾ ਹਿਰਦਾ ਰੂਪੀ ਕਮਲ ਵਾ ਉਹ ਸਿੱਧਾ ਹੋ ਜਾਂਦਾ, ਸਤਿਗੁਰੂ ਜੀ ਦੇ ਸਨਮੁਖ ਹੋ ਜਾਂਦੇ ਹਨ। ਨਾਮ ਸਮਾਵਾ ਜੋ ਭਾਂਡਾ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲ ਇਹ ਹੈ ਗੁਰਸਿੱਖੋ, ਪਰ ਨਾਮ ਸਮਾਉਂਦਾ ਉੱਥੇ ਹੈ ਜਿਹੜਾ ਭਾਂਡਾ ਪਾਤਰ ਹੋਵੇ। ਜਿਹੜਾ ਪਾਤਰ ਅਧਿਕਾਰੀ ਨਾ ਹੋਵੇ ਉਹ ਫਿਰ ਨਾਮ ਨਹੀਂ ਉੱਥੇ ਸਮਾਉਂਦਾ, ਕਿਉਂਕਿ ਅਧਿਕਾਰੀ ਅਸੀਂ ਬਣੇ ਨਹੀਂ, ਸੰਸਾਰ ਦੇ ਰਸਕਸ਼ ਸੁੱਟਦੇ ਨਹੀਂ ਤੇ ਨਾਮ ਦਾ ਮਹਾਰਾਜ ਕੋਲੋਂ ਪਦਾਰਥ ਮੰਗਦੇ ਆ। ਭਾਂਡਾ ਤਾਂ ਆਤਮਲੀਨ ਹੈ ਤੇ ਫਿਰ ਉੱਥੇ ਪੈਣਾ ਕਿੱਥੇ ਹੈ? ਨਾਮ ਰੂਪੀ ਪਦਾਰਥ ਨੇ, ਕਿਉਂਕਿ ਭਾਂਡਾ ਹੀ ਨਹੀਂ, ਪਾਤਰ ਹੀ ਨਹੀਂ। ਜਿਵੇਂ ਉਹ ਕਹਿੰਦੇ ਆ ਕਿ ਸ਼ੇਰਨੀ ਦਾ ਜਿਹੜਾ ਦੁੱਧ ਹੈ ਨਾ ਉਹ ਸੋਨੇ ਦੇ ਬਰਤਨ ਵਿੱਚ ਪੈਂਦਾ ਹੈ, ਜੇ ਬਾਕੀ ਕਿਸੇ ਬਰਤਨ 'ਚ ਚੋ ਕੇ ਪਾਓ ਤੇ ਕਹਿੰਦੇ ਸ਼ੇਕ ਕਰ ਦਿੰਦਾ ਹੈ ਜਿਹਾ ਉਹ ਦੁੱਧ ਜ਼ਬਰਦਸਤ ਹੁੰਦਾ ਹੈ। ਤੇ ਸਾਧ ਸੰਗਤ ਜੀ ਇਹ ਪ੍ਰਮਾਣ ਤੋਂ ਸਮਝਣਾ, ਸੋਨੇ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਸੁੱਧ ਹੋ ਗਏ ਆ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸ਼ੇਰਨੀ ਦੇ ਦੁੱਧ ਜਿਵੇਂ ਸਮਝਦੇ ਆ ਨਾ, ਐਵੇਂ ਇਹ ਮਹਾਰਾਜ ਜੀ ਦਾ ਨਾਮ ਰੂਪੀ ਦੁੱਧ ਵੈ। ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਹੈ ਨਾ ਉੱਥੇ ਆ ਕਰਕੇ ਫਿਰ ਸਮਾ ਜਾਂਦਾ, ਜਿਹੜਾ ਚਿੱਤ ਸੋਨੇ ਦੀ ਤਰ੍ਹਾਂ ਸੁੱਧ ਵੈ। ਫਿਰ ਉਹ ਕਹਿੰਦੇ ਜੀ ਇਹ ਸੁੱਧ ਕਿਸੇ ਹੋਰ ਤਰੀਕੇ ਨਾਲ ਹੋਣਾ ਹੈ। ਸਾਧ ਸੰਗਤ ਜੀ ਸੁੱਧ ਵੀ ਤਾਂ ਮਹਾਰਾਜ ਜੀ ਦੇ ਨਾਮ ਜਪਣ ਨਾਲ ਹੀ ਹੋਣਾ ਹੈ। ਜਦੋਂ ਨਾਮ ਅੰਦਰ ਨਹੀਂ ਵਸ ਰਿਹਾ, ਇਹ ਜਾਣੀਏ ਕਿ ਭਾਂਡਾ ਹੀ ਨਹੀਂ ਅਜੇ ਠੀਕ, ਭਾਂਡਾ ਸੁੱਧ ਨਹੀਂ ਹੋਇਆ ਅਜੇ, ਕਿਉਂਕਿ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਫਿਰ ਮਹਾਰਾਜ ਇਹਨੂੰ ਕਿੱਥੇ ਧੋਈਏ? ਗੁਰੂ ਦੁਆਰਾ ਧੋਏ। ਗੁਰੂ ਸਾਹਿਬ ਜੀ ਦੇ ਦੁਆਰੇ ਆ ਕਰਕੇ ਇਸ ਨੂੰ ਸਾਧਨਾ ਨਾਲ ਮਹਾਰਾਜ ਦੇ ਸ਼ਬਦ ਵਿੱਚ ਜੁੜ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਇਹ ਭਾਂਡੇ ਨੂੰ ਧੋਣਾ ਹੈ। ਰੋਜ਼ ਰੋਜ਼ ਜਿਹੜਾ ਆਪਣਾ ਭਾਂਡਾ ਧੋਂਦੇ ਹੈ, ਇੱਕ ਦਿਨ ਫਿਰ ਭਾਂਡਾ ਸਵੱਛ ਹੋ ਜਾਂਦਾ ਹੈ, ਉਜਲ ਹੋ ਜਾਂਦਾ ਹੈ, ਤੇ ਫਿਰ ਨਾਮ ਰੂਪੀ ਦੁੱਧ ਅੰਦਰ ਆ ਕੇ ਟਿਕ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਨਾਮ ਰੂਪੀ ਪਦਾਰਥ ਜੋ ਹੈ, ਫਿਰ ਪੜੋ ਨਾਮ ਸਮਾਵਾ ਜੋ ਭਾਂਡਾ ਹੋਏ। ਜੋ ਭਾਂਡਾ ਪਾਤਰ ਹੋਵੇ, ਅਧਿਕਾਰੀ ਹੋਵੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਆ ਕਰਕੇ ਇਹ ਨਾਮ ਜਿਹੜਾ ਸਮਾ ਜਾਂਦਾ ਹੈ। ਜਿਵੇਂ ਭਾਈ ਮਹਿੰਗਾ ਜੀ ਨੂੰ ਮਹਾਰਾਜ ਸਾਹਿਬ ਆਖਿਆ ਸੀ, ਕਹਿੰਦਾ ਮਹਾਰਾਜ ਮੈਨੂੰ ਸਿੱਖੀ ਦਿਓ। ਸਤਿਗੁਰੂ ਜੀ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦਾ ਮੇਰਾ ਨਾਮ ਮਹਿੰਗਾ ਹੈ। ਤੇ ਮਹਾਰਾਜ ਕਹਿੰਦੇ ਸਿੱਖੀ ਵੀ ਸਸਤੀ ਨਹੀਂ, ਮਹਿੰਗੀ ਹੈ। ਤੇ ਕਹਿੰਦੇ ਮਹਾਰਾਜ ਮੈਂ ਮਹਿੰਗੇ ਭਾਅ ਹੀ ਖਰੀਦ ਲਾਂਗਾ। ਸਤਿਗੁਰੂ ਜੀ ਨੇ ਸੇਵਾ ਲਾਈ ਤੇ ਕਿਹੋ ਜੀ ਕਠਨ ਸੇਵਾ ਭਾਈ ਮਹਿੰਗਾ ਜੀ ਨੇ ਫਿਰ ਕੀਤੀ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰਦਿਆਂ ਕਰਦਿਆਂ ਸਿੱਖ ਦਾ ਹਿਰਦਾ ਸੁੱਧ ਹੋ ਗਿਆ। ਇੰਨਾ ਹਿਰਦਾ ਸੁੱਧ ਹੋ ਗਿਆ ਕਿ ਜਿਨ੍ਹਾਂ ਨੇ ਭਾਈ ਮਹਿੰਗਾ ਜੀ ਨੂੰ ਸਾਖੀ ਸਤਸੰਗੀਆਂ ਸੁਣੀਆਂ, ਗੱਡ ਦਿੱਤਾ ਸੀ ਧਰਤੀ 'ਚ, ਉਹਨਾਂ ਦਾ ਵੀ ਭਲਾ ਮੰਗਿਆ ਮਹਾਰਾਜ ਤੋਂ। ਸਤਿਗੁਰੂ ਜੀ ਨੇ ਕੁਝ ਬੀਰ ਰਸੀ ਰੁੱਖ ਨਾਲ ਆਖਿਆ ਕਿ ਭਾਈ ਮਹਿੰਗਾ ਦੱਸ ਇਹਨਾਂ ਨੂੰ ਕੀ ਸਜ਼ਾ ਦਈਏ? ਤੇ ਭਾਈ ਮਹਿੰਗਾ ਜੀ ਕਹਿੰਦੇ ਮਹਾਰਾਜ ਇਹਨਾਂ ਨੂੰ ਨਾ ਮਾਇਆ ਦੇ ਦਿਓ ਖੁੱਲੀ, ਚੋਰੀਆਂ ਨਾ ਕਰਨੀਆਂ ਪੈਣ, ਵਿਚਾਰੇ ਚੋਰੀਆਂ ਕਰਦੇ ਫਿਰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਮਹਿੰਗਿਆ ਤੈਨੂੰ ਧਰਤੀ 'ਚ ਗੱਡਣ ਤੇ ਤੂੰ ਇਹਨਾਂ ਵਾਸਤੇ ਧਨ ਮਾਲ ਮੰਗਦਾ ਹੈ। ਹਾਂ ਮਹਾਰਾਜ ਤੁਸੀਂ ਤਾਂ ਆਪ ਪਾਤਸ਼ਾਹ ਹੋ, ਨਿਰੰਕਾਰ ਸਰੂਪ ਹੋ ਸੱਚੇ ਪਾਤਸ਼ਾਹ, ਜੇ ਤਰੁੱਠੇ ਹੋ ਤੇ ਇਹਨਾਂ ਨੂੰ ਮਹਾਰਾਜ ਸੰਗਤ ਦਾ ਪਿਆਰ ਵੀ ਦਿਓ ਤਾਂ ਕਿ ਮਨੁੱਖਾ ਜਨਮ ਹੀ ਸਫਲਾ ਕਰ ਸਕਣ। ਸਤਿਗੁਰੂ ਜੀ ਨੇ ਫਿਰ ਭਾਈ ਮਹਿੰਗੇ ਨੂੰ ਕੰਠ ਲਾ ਲਿਆ ਸੀ ਕਿ ਹੁਣ ਤੀਜੀ ਵਾਰ ਕਿਤੇ ਹੋਰ ਬ੍ਰਹਮ ਗਿਆਨੀ ਨਾ ਮੰਗ ਲੈ ਚੋਰਾਂ ਵਾਸਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਹਿਰਦਾ ਸੁੱਧ ਕਰ ਦਿੰਦੇ ਐ। ਪਾਤਰ ਬਣ ਗਏ ਸੀ ਨਾ, ਅਧਿਕਾਰੀ ਬਣ ਗਏ ਸੀ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ,
ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਨਿਹਾਲ ਕੀਤਾ। ਅਸੀਂ ਪਾਤਰ ਬਣੀਏ, ਜਿਵੇਂ ਜਿਵੇਂ ਸੇਵਾ ਕਰੀਦਾ ਨਾ ਉਵੇਂ ਉਵੇਂ ਅਧਿਕਾਰੀ ਬਣਦਾ ਜਾਂਦਾ ਸਾਡਾ ਮਨ। ਅਸੀਂ ਅਧਿਕਾਰੀ ਨਹੀਂ ਹਾਂ, ਮੰਗਦੇ ਤਾਂ ਹਾਂ ਮਹਾਰਾਜ ਦੇ ਕੋਲੋਂ, ਪਰ ਲੈਣ ਦੀ ਸਾਡੀ ਆਪਣੀ ਕੋਈ ਵਜ੍ਹਾ ਹੀ ਨਹੀਂ ਅਜੇ, ਕਿਉਂਕਿ ਸਾਡਾ ਮਨ ਉਸ ਤਰ੍ਹਾਂ ਦਾ ਢਲਿਆ ਨਹੀਂ, ਭਾਂਡਾ ਨਹੀਂ ਸਾਡਾ ਸੁੱਧ। ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜਾ ਅਧਿਕਾਰੀ ਹੁੰਦਾ ਗੁਰਸਿੱਖੋ, ਉੱਥੇ ਨਾਮ ਦਾ ਪਦਾਰਥ ਆ ਕਰਕੇ ਟਿਕ ਜਾਂਦਾ ਏ। ਭਾਂਡਾ ਟਿਕਾ ਨਾ ਕੋਏ। ਦੂਸਰਾ ਹਜੂਰ ਪ੍ਰਮਾਣ ਦਿੰਦੇ ਆ, ਨਾਮ ਹੋਰ ਕਿਉਂ ਨਹੀਂ ਵਸਦਾ। ਮਹਾਰਾਜ ਕਹਿੰਦੇ ਊਂਦਾ ਭਾਂਡਾ ਹੈ, ਜਿਹੜਾ ਭਾਂਡਾ ਹੀ ਊਂਦਾ ਪੁੱਠਾ ਹੋਇਆ ਪਿਆ ਹੈ, ਤੇ ਜਿੰਨਾ ਮਰਜੀ ਸਾਧ ਸੰਗਤ ਜੀ ਗਊਆਂ ਦਾ ਦੁੱਧ ਚੋ ਚੋ ਕੋ ਪਾਈ ਜਾਵੇ ਤੇ ਉਹਦੇ ਚ ਤੇ ਇੱਕ ਬੂੰਦ ਨਹੀਂ ਪੈਣੀ, ਕਿਉਂਕਿ ਉਹਦਾ ਭਾਂਡਾ ਹੀ ਪੁੱਠਾ ਹੋਇਆ ਪਿਆ ਹੈ। ਇਹ ਭਾਂਡਾ ਪੁੱਠਾ ਕੀ ਹੈ? ਬੇਮੁਖ ਹੋਣਾ। ਜਿਹੜਾ ਸਤਿਗੁਰੂ ਜੀ ਤੋਂ ਬੇਮੁਖ ਹੀ ਹੋਇਆ ਪਿਆ, ਉਹਦਾ ਹਿਰਦਾ ਰੂਪੀ ਭਾਂਡਾ ਹੀ ਪੁੱਠਾ ਹੈ। ਜੇ ਕਥਾ ਵੀ ਸੁਣਦੇ ਆ ਤੇ ਲੱਭਦੇ ਅੱਛਾ, ਕਿੱਥੇ ਕੋਈ ਲੱਭ ਜੇ ਕੋਈ ਜਿਹੜਾ ਫਿਰ ਦੂਸ਼ਣਬਾਜ਼ੀ ਕਰੀਏ। ਕੀਰਤਨ ਸੁਣਦੇ ਆ ਤੇ ਤਾਂ ਵੀ ਕੋਈ ਨਾ ਕੋਈ ਊਣਤਾਈ ਲੱਭਦੇ ਆ। ਜਿਹੜਾ ਬ੍ਰਹਮ ਦਾ ਉਪਦੇਸ਼ ਦਿੱਤਾ ਜਾ ਰਿਹਾ ਨਾ, ਉਹਦੇ ਉੱਤੇ ਇਕਾਗਰ ਨਹੀਂ ਚਿੱਤ ਹੁੰਦਾ, ਤੇ ਚਿੱਤ ਤਾਂ ਊਣਤਾਈ ਲੱਭਣ ਵਿੱਚ ਲੱਗਾ ਹੁੰਦਾ ਹੈ, ਕਿਉਂਕਿ ਪ੍ਰੀਤ ਵੱਲੋਂ ਭਾਂਡਾ ਊਂਦਾ ਹੋਇਆ ਪਿਆ ਹੈ, ਮੁੱਦਾ ਹੋਇਆ ਪਿਆ ਹੈ। ਇਸ ਕਰਕੇ ਉਪਦੇਸ਼ ਰੂਪੀ ਦੁੱਧ ਜਿਹੜਾ ਹੈ ਨਾ, ਉਹ ਹਿਰਦੇ ਅੰਦਰ ਨਹੀਂ ਸਮਾਉਂਦਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਸਿੱਧੇ ਅੰਮ੍ਰਿਤ ਪਵੈ ਨਿਹਾਰ। ਸਿੱਧਾ ਭਾਂਡਾ ਜਿਹੜਾ ਹੈ ਸਤਿਗੁਰੂ ਜੀ ਦੇ ਆਪਣੇ ਚਿੱਤ ਨੂੰ ਸਨਮੁਖ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੀਤ ਵਿੱਚ ਆਪਣੇ ਮਨ ਨੂੰ ਲਾਉਣਾ। ਜੋ ਉਪਦੇਸ਼ ਹਜੂਰ ਦੱਸਦੇ ਆ ਉਹਦੇ ਤੇ ਸ਼ਰਧਾ ਕਰਨੀ। ਭਾਵੇਂ ਪਹਿਲੋਂ ਸਾਧ ਸੰਗਤ ਜੀ ਜਿਹੜਾ ਜੀਵ ਨੂੰ ਅੰਦਰ ਯਕੀਨ ਤੇ ਨਿਸ਼ਚਾ ਨਹੀਂ ਆਉਂਦਾ ਹੈ, ਪਰ ਸ਼ਰਧਾ ਕਰਕੇ ਨਿਸ਼ਚਾ ਰੱਖਣਾ ਕਿ ਮਹਾਰਾਜ ਆਪ ਜੋ ਕਹਿੰਦੇ ਉਹ ਸੱਤ ਹੋ। ਸੱਚੇ ਪਾਤਸ਼ਾਹ ਜੀ ਮੈਨੂੰ ਇਹ ਆਪ ਦਾ ਉਪਦੇਸ਼ ਸੱਤ ਭਾਸਣ ਲੱਗ ਜਾਵੇ, ਇਹ ਆਪ ਮੇਰੇ ਤੇ ਕਿਰਪਾ ਕਰੋ। ਮਹਾਰਾਜ ਮੈਨੂੰ ਮਨ ਦੇ ਅੰਦਰ ਵਿਸ਼ਵਾਸ ਨਹੀਂ ਆਉਂਦਾ ਕਿ ਇਸ ਤਰ੍ਹਾਂ ਹੋ ਸਕਦਾ ਹੈ, ਪਰ ਮਹਾਰਾਜ ਸ਼ਰਧਾ ਮੈਨੂੰ ਬਖਸ਼ੋ ਕਿ ਮੈਂ ਆਪ ਦੇ ਬਚਨਾਂ ਤੇ ਨਿਸ਼ਚਾ ਰੱਖਾਂ, ਤੇ ਫਿਰ ਕਦੇ ਵੀ ਸਤਿਗੁਰੂ ਜੀ ਉਸ ਸਿੱਖ ਨੂੰ ਵਿਸਾਰਦੇ ਨਹੀਂ, ਮਹਾਰਾਜ ਦੂਰ ਨਹੀਂ ਕਰਦੇ। ਸਤਿਗੁਰੂ ਜੀ ਐਸੀ ਕਿਰਪਾ ਕਰਦੇ ਆ ਕਿ ਉਹਦਾ ਮੂਧਾ ਭਾਂਡਾ ਵੀ ਮਹਾਰਾਜ ਸਿੱਧਾ ਕਰ ਲੈਂਦੇ। ਫਿਰ ਸੱਚੇ ਪਾਤਸ਼ਾਹ ਜਦੋਂ ਫਿਰ ਹਿਰਦਾ ਰੂਪੀ ਭਾਂਡਾ ਸਿੱਧਾ ਹੁੰਦਾ ਹੈ, ਫਿਰ ਮਹਾਰਾਜ ਜੀ ਦੇ ਉਪਦੇਸ਼ ਨਾਲ ਸਾਫ਼ ਹੋਣ ਲੱਗ ਪੈਂਦਾ। ਸਾਫ਼ ਹੁੰਦਿਆਂ ਜਦੋਂ ਅਧਿਕਾਰੀ ਬਣ ਜਾਂਦਾ, ਫਿਰ ਪਾਤਰ ਬਣ ਜਾਂਦਾ ਹੈ, ਉਦੋਂ ਮਹਾਰਾਜ ਦਾ ਨਾਮ ਰੂਪੀ ਪਦਾਰਥ ਆ ਕਰਕੇ ਵਿੱਚ ਟਿਕ ਜਾਂਦਾ ਹੈ। ਹਜੂਰ ਇਹ ਪ੍ਰਮਾਣ ਦੇ ਕੇ ਦੱਸਦੇ ਆ, ਭਾਂਡਾ ਟਿਕਾ ਨਾ ਕੋਏ। ਕੋਈ ਵਸਤੂ ਵੀ ਹਜੂਰ ਕਹਿੰਦੇ ਉਹਦੇ ਪੁੱਠੇ ਭਾਂਡੇ ਦੇ ਅੰਦਰ ਨਹੀਂ ਟਿਕਦੀ, ਨਹੀਂ ਪੈਂਦੀ ਆ। ਗੁਰ ਸ਼ਬਦੇ ਮਨ ਨਾਮ ਨਿਵਾਸ। ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਨਾਲ ਮਨ ਦੇ ਅੰਦਰ ਨਾਮ ਦਾ ਨਿਵਾਸ ਹੁੰਦਾ ਹੈ। ਸਤਿਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰੀਏ ਤੇ ਫਿਰ ਅੰਦਰ ਨਾਮ ਨਿਵਾਸ ਕਰ ਜਾਂਦਾ ਹੈ। ਜੇ ਭਾਂਡਾ ਪੁੱਠਾ ਹੈ ਤੇ ਬੇਮੁਖ ਹੋਇਆ, ਮਹਾਰਾਜ ਕਹਿੰਦੇ ਕੁਝ ਨਹੀਂ ਪ੍ਰਾਪਤ ਹੁੰਦਾ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਜਿਹਨੂੰ ਸ਼ਬਦ ਦੀ ਪਿਆਸ ਲੱਗ ਗਈ ਹੈ ਨਾ, ਉਹ ਹਿਰਦਾ ਰੂਪੀ ਭਾਂਡਾ ਮਹਾਰਾਜ ਕਹਿੰਦੇ ਸੱਚਾ ਹੋ ਜਾਂਦਾ ਹੈ। ਉਹਦੇ ਅੰਦਰ ਸੱਚੇ ਦਾ ਵਾਸ ਹੋ ਜਾਂਦਾ। ਜਿਹਨੂੰ ਪਿਆਸ ਲੱਗਦੀ, ਜਦੋਂ ਪਿਆਸ ਹੀ ਨਹੀਂ ਲੱਗੀ ਤੇ ਪਿਆਸੇ ਨੂੰ ਹੀ ਪਾਣੀ ਦੀ ਕੀਮਤ ਦਾ ਪਤਾ ਹੁੰਦਾ ਹੈ। ਜਿਹਨੂੰ ਪਿਆਸ ਲੱਗਦੀ ਹੈ ਨਾ ਸੱਚੇ ਨਾਮ ਦੀ, ਉਹ ਹੀ ਮਹਾਰਾਜ ਸਾਹਿਬ ਜੀ ਦੇ ਨਾਮ ਦੀ ਮਹਿਮਾ ਜਾਣਦਾ ਹੈ। ਕੀਰਤਨ ਦੇ ਸੁਣਨ ਦੀ, ਕਥਾ ਦੇ ਸੁਣਨ ਦੀ ਮਹਿਮਾ ਜਾਣਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਗੌੜੇ ਇਹ ਪੰਕਤੀ ਪੜ੍ਹੇ ਫਿਰ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਜਿਨ੍ਹਾਂ ਨੂੰ ਸ਼ਬਦ ਦੀ ਭੁੱਖ ਲੱਗੀ ਹੈ, ਸ਼ਬਦ ਦੀ ਪਿਆਸ ਲੱਗੀ ਹੈ, ਉਹਨਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਸੱਚੇ ਦਾ ਵਾਸ ਹੋ ਜਾਂਦਾ ਏ। ਗੌੜੇ ਗੁਆਰੇਰੀ ਮਹਲਾ ਤੀਜਾ। ਸੱਚੇ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਵਿੱਚ ਅਗਲਾ ਸ਼ਬਦ ਹਜੂਰ ਉਚਾਰਨ ਕਰਦੇ ਆ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜਿਹੜੇ ਗਾਇਨ ਕਰਦੇ ਆ ਉਹਨਾਂ ਨੂੰ ਨਾਮ ਦਾ ਸੁੱਖ ਕਿਉਂ ਨਹੀਂ ਫਿਰ ਪ੍ਰਾਪਤ ਹੁੰਦਾ? ਤੋ ਸਤਿਗੁਰੂ ਜੀ ਦੱਸਦੇ ਹਨ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਮਹਾਰਾਜ ਕਹਿੰਦੇ ਇੱਕ ਗਾਉਂਦੇ ਰਹਿੰਦੇ ਆ ਸਿੱਖੋ, ਬੜਾ ਢੋਲਕੀਆਂ ਨਾਲ ਠੁਮਰੀਆਂ ਲਾ ਲਾ ਕਰਕੇ ਗਾਉਂਦੇ ਰਹਿੰਦੇ ਆ,
ਪਰ ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਪਾਉਂਦੇ। ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਉਹਨਾਂ ਨੂੰ ਪਤਾ ਲੱਗਦਾ। ਹਉਮੈ ਵਿੱਚ ਗਾਵਹਿ ਬਿਰਥਾ ਜਾਏ। ਕਿਉਂਕਿ ਹਉਮੈ ਵਿੱਚ ਗਾਉਂਦੇ ਐ ਕਿ ਜਿਹੋ ਜਿਹਾ ਮੈਂ ਗਾ ਰਿਹਾ ਮੇਰੇ ਵਰਗਾ ਕੋਈ ਗਾ ਹੀ ਨਹੀਂ ਸਕਦਾ, ਤੇ ਗਾਇਆ ਹੋਇਆ ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਵਿਅਰਥ ਚਲਿਆ ਜਾਂਦਾ ਹੈ। ਜਿਹੜਾ ਸਾਧ ਸੰਗਤ ਜੀ ਇਹ ਕਥਾ ਕਰਨੀ, ਇਹ ਵੀ ਮਹਾਰਾਜ ਦਾ ਜਸ ਹੀ ਗਾਉਣਾ ਹੈ। ਤੇ ਜੇ ਹਉਮੈ ਵਿੱਚ ਗਾਵੀਏ ਕਿ ਮੇਰੇ ਵਰਗੀ ਕੋਈ ਕਥਾ ਕਰ ਹੀ ਨਹੀਂ ਸਕਦਾ, ਚਾਹੀਦਾ ਤੇ ਹੈ ਨਾ ਕਿ ਜਿੰਨਾ ਕਥਾ ਕਰਨੀ ਸੁਣਨੀ ਉਹਦੇ ਨਾਲ ਗਿਆਨ ਉਤਪੰਨ ਹੋਣਾ ਚਾਹੀਦਾ, ਰਸ ਆਉਣਾ ਚਾਹੀਦਾ। ਪਰ ਕਿਉਂ ਨਹੀਂ ਆਉਂਦਾ? ਕਿਉਂਕਿ ਹਉਮੈ ਵਿੱਚ ਗਾਵੀ ਜਾਂਦੇ ਕਿ ਮੇਰੇ ਵਰਗੀ ਕੋਈ ਕਥਾ ਨਹੀਂ ਕਰਦਾ, ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰਦਾ। ਹਉਮੈ ਵਿੱਚ ਜਦੋਂ ਗਾਉਂਦੇ ਆ ਤੇ ਗਾਇਆ ਹੋਇਆ ਮਹਾਰਾਜ ਕਹਿੰਦੇ ਥਾਂ ਨਹੀਂ ਪੈਂਦਾ ਹੈ। ਕਿਉਂਕਿ ਸਰੀਰ ਦੀ ਹੰਗਤਾ ਰੱਖਦਾ ਹੈ ਜਿੰਨਾ ਚਿਰ, ਉਹਨਾਂ ਚਿਰ ਫਿਰ ਗਾਵਿਆ ਥਾਂ ਕਿਵੇਂ ਪਵੇਗਾ? ਜਦੋਂ ਸਤਿਗੁਰੂ ਜੀ ਦੀ ਆਗਿਆ ਹੀ ਸਤ ਕਰਕੇ ਨਹੀਂ ਮੰਨਦਾ, ਮਹਾਰਾਜ ਜੀ ਦਾ ਜਸ ਵੱਡਾ ਹੈ ਕਿ ਜਾਂ ਆਪਣਾ ਸਰੀਰ ਵੱਡਾ ਹੈ? ਸਤਿਗੁਰੂ ਜੀ ਦਾ ਜਸ ਵੱਡਾ ਹੈ। ਮਹਾਰਾਜ ਦੇ ਜਸ ਉੱਪਰ ਸ਼ਰਧਾ ਕਰੇ, ਹਉਮੈ ਨਾ ਕਰੇ ਆਪ ਦੀ। ਤੇ ਸਾਧ ਸੰਗਤ ਜੀ ਜਿਹੜੇ ਗਾਇਕ ਹਨ ਨਾ, ਗਾਉਣ ਵਾਲੇ, ਅੱਜ ਦਾ ਸਮਾਂ ਸਿੱਖ ਇੰਨੇ ਭੁੱਲੇ ਹੋਏ ਆ। ਇੱਕ ਕੋਈ ਨਾਚਾ ਜਿਹਾ ਸੀਗਾ, ਉਹਨੇ ਪਹਿਲਾਂ ਆਰਤੀ ਵੀ ਗਾਈ ਹੈ ਤੇ ਫਿਰ ਜਫਰਨਾਮਾ ਗਾਇਆ ਹੈ। ਤੇ ਲੋਕ ਕਹਿੰਦੇ ਆ ਜੀ ਬੜਾ ਵੇਖੋ ਗਾਇਕ ਨੇ ਕਿਆ ਸੋਹਣਾ ਗਾਇਆ ਹੈ, ਤੇ ਕੀ ਉਹਨ ਜਿਹੜਾ ਹੈ ਬੜੇ ਸ਼ਰਧਾ ਦੇ ਤਲ ਨਾਲ ਗਾਇਆ ਹੈ, ਜਾਂ ਕਹੇ ਵੀ ਕਿ ਮੈਂ ਤਾਂ ਬੜੀ ਸ਼ਰਧਾ ਦੇ ਤਲ ਨਾਲ ਗਾਇਆ ਹੈ। ਤੇ ਸਿੱਖੀ ਸਰੂਪ ਕਿੱਥੇ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤਾ? ਮੂੰਹ ਤੋਂ ਕਹਿ ਲੈਣਾ, ਕਿੰਨੇ ਅੰਦਰ ਝਾਕ ਕੇ ਵੇਖਿਆ? ਕੋਈ ਕਹੇ ਕਿ ਮੇਰੇ ਦਿਲ ਵਿੱਚ ਸ਼ਰਧਾ ਜ਼ਿਆਦੀ ਹੈ, ਪਿਆਰ ਜ਼ਿਆਦਾ ਹੈ। ਤੇ ਜੇ ਤੇਰੇ ਦਿਲ ਵਿੱਚ ਸ਼ਰਧਾ ਤੇ ਪਿਆਰ ਜ਼ਿਆਦਾ ਹੈ ਤੇ ਫਿਰ ਸਿੱਖੀ ਦੇ ਚਿੰਨ੍ਹ ਕਿੱਥੇ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਧਾ ਦਾੜਾ ਪ੍ਰਕਾਸ਼ ਦਿੱਤਾ ਹੈ? ਸਾਬਤ ਸੂਰਤੀ ਸਿੱਖੀ ਦੀ ਭੰਨੀ ਹੋਈ ਹੈ। ਨਾਲੇ ਇੱਕ ਪਾਸੇ ਸਟੇਜਾਂ ਤੇ ਚੜ੍ਹ ਕਰਕੇ ਟੱਪਣਾ ਤੇ ਗਾਉਣਾ ਤੇ ਅਸ਼ਲੀਲ ਗੀਤ ਬੋਲਣੇ, ਤੇ ਫਿਰ ਭੁੱਲੇ ਹੋਏ ਸਿੱਖ ਉਹਨਾਂ ਦੇ ਕੋਲੋਂ ਕੀਰਤਨ ਸੁਣਨਾ ਚਾਹੁੰਦੇ ਆ ਕਿ ਸਿੱਖ ਪੰਥ ਦੇ ਅੰਦਰ ਰਾਗੀ ਨਹੀਂ ਹਨ। ਉਹਨਾਂ ਦੇ ਕੋਲੋਂ ਸੁਣ ਕਰਕੇ ਫਿਰ ਉਹਨਾਂ ਨੂੰ ਕਲੀਨ ਚਿੱਟਾਂ ਵੀ ਸਾਡੇ ਤਖਤਾਂ ਤੋਂ ਦੇ ਦਿੱਤੀਆਂ ਜਾਂਦੀਆਂ। ਬੜੀ ਅਫਸੋਸ ਦੀ ਗੱਲ ਵੈ ਕਿ ਇੱਕ ਦਾੜੀ ਕੱਟ ਉੱਠ ਕਰਕੇ ਨਾਲੇ ਉਹਦੇ ਕੋਲੋਂ ਸੁੱਧ ਜਫਰਨਾਮਾ ਬੋਲਿਆ ਵੀ ਨਹੀਂ ਜਾ ਰਿਹਾ, ਤੇ ਉਹਦੀ ਸੁੱਧਤਾ ਨੂੰ ਜਿਹੜਾ ਹੈ ਪ੍ਰਮਾਣ ਉਸ ਵਿਦਵਾਨ ਕੋਲੋਂ ਦਵਾਇਆ ਜਾ ਰਿਹਾ ਜਿਹਨੂੰ ਆਪ ਦਸਮ ਬਾਣੀ ਦਾ ਪਤਾ ਹੀ ਨਹੀਂ। ਅੰਨਾ ਹੀ ਅੰਨੇ ਨੂੰ ਕਹਿ ਰਿਹਾ ਕਿ ਠੀਕ ਠੀਕ ਤੂੰ ਠੀਕ ਹੈ, ਤੈਨੂੰ ਦਿਸਦਾ ਹੀ ਹੈ। ਇਹੋ ਜੀ ਹਾਲਤ ਹੈ। ਤੇ ਇਹ ਅਜੋਕੇ ਸਮੇਂ ਵਿੱਚ ਸਭ ਕੁਝ ਵਰਤ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗਾਉਂਦੇ ਹਨ ਗਾਉਣ ਵਾਲੇ। ਫਿਰ ਆਰੰਭ ਤੋਂ ਪੰਕਤੀ ਪੜੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਇੱਕ ਗਾਉਂਦੇ ਤਾਂ ਰਹਿੰਦੇ ਆ, ਮਹਾਰਾਜ ਕਹਿੰਦੇ ਮਨ ਵਿੱਚ ਸਾਧ ਸਵਾਦ ਨਹੀਂ ਪਾ ਸਕਦੇ ਹਨ। ਹੁਣ ਗਾਇਕ ਜਿਹੜੇ ਉਹ ਗਾਉਣ ਵਾਲੇ ਜੇ ਬਾਣੀ ਗਾਈ ਹੈ ਤੇ ਕੀ ਮਨ ਵਿੱਚ ਸਵਾਦ ਪਾ ਲਿਆ ਹੈ? ਮਨ ਵਿੱਚ ਦੇ ਅੰਦਰ ਸਵਾਦ ਤਾਂ ਸਤਿਗੁਰੂ ਜੀ ਕਹਿੰਦੇ ਜਦੋਂ ਹਉਮੈ ਛੁੱਟਦੀ ਹੈ ਨਾ ਗੁਰੂ ਸਾਹਿਬ ਦੀ ਸ਼ਬਦ ਦੀ ਕਮਾਈ ਨਾਲ, ਉਦੋਂ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰੂ ਜੀ ਤੇ ਆਗਿਆ ਮੰਨੀ ਨਹੀਂ, ਦਾੜੀ ਕੱਟੀ ਹੋਈ ਹੈ। ਤੇ ਫਿਰ ਇਹੋ ਜਿਹੇ ਅਸ਼ਲੀਲ ਗੀਤਾਂ ਨੂੰ ਗਾਉਂਦੇ ਕਹਿੰਦੇ ਜੀ ਅਸੀਂ ਸੂਫੀ ਗਾਇਕ ਹਾਂ। ਤੇ ਬਹੁਤ ਸਾਧ ਸੰਗਤ ਜੀ ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ, ਸਿੱਖ ਕੌਮ ਵਾਸਤੇ। ਤੇ ਉਹ ਫਿਰ ਮਹਾਰਾਜ ਸਾਹਿਬ ਜੀ ਦੀ ਰੀਸ ਕਰਦੇ ਹੋਏ ਉਦਾਂ ਦੇ ਐਕਸ਼ਨ ਕਰ ਕਰਕੇ ਗੁਰੂ ਸਾਹਿਬ ਦੀ ਬਾਣੀ ਬੋਲੀ ਹੈ। ਇਹ ਸਤਿਗੁਰੂ ਜੀ ਦੀ ਬਾਣੀ ਇਹ ਨੱਚਣ ਟੱਪਣ ਵਾਲੇ ਬੋਲਣ ਲੱਗ ਪੈਣਗੇ ਤਾਂ ਫਿਰ ਤਾਂ ਮਾੜੀ ਗੱਲ ਹੈ। ਉਹਨਾਂ ਦੇ ਸਿੱਖ ਪਿੱਛੇ ਲੱਗ ਜਾਣਗੇ ਕਿ ਬੜੀ ਬਾਣੀ ਇਹਨਾਂ ਨੇ ਸ਼ਰਧਾ ਨਾਲ ਬੋਲੀ ਹੈ, ਬੜੇ ਪਿਆਰ ਨਾਲ ਬੋਲੀ ਹੈ। ਤੋ ਸਾਧ ਸੰਗਤ ਜੀ ਸਵਾਦ ਨਹੀਂ ਪਾ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਿੰਨਾ ਮਰਜੀ ਕੋਈ ਭਾਵੇਂ ਗਾਉਣ ਵਾਲਾ ਗਾਉਂਦਾ ਹੈ। ਫਿਰ ਪੜੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਗਾਉਂਦੇ ਤਾਂ ਰਹੇ ਐ, ਸਾਰੀ ਉਮਰ ਹੀ ਗਾਈ ਗਏ ਐ, ਪਰ ਸਵਾਦ ਨਹੀਂ ਮਹਾਰਾਜ ਕਹਿੰਦੇ ਮਨ ਦੇ ਅੰਦਰ ਪਾਇਆ ਇਹ ਨਾਮ ਦਾ। ਹਉਮੈ ਵਿੱਚ ਗਾਵਹਿ ਬਿਰਥਾ ਜਾਏ। ਕਿਉਂਕਿ ਹਉਮੈ ਵਿੱਚ ਗਾਵਿਆ ਹੋਇਆ ਸਭ ਵਿਅਰਥ ਚਲਿਆ ਗਿਆ। ਸਰੀਰ ਦੀ ਹੰਗਤਾ ਨਹੀਂ ਮਿਟੀ। ਤੇ ਜੇ ਸਾਡੇ ਮਨ ਵਿੱਚ ਵੀ ਇਹ ਬਣਿਆ ਰਹੇ ਨਾ ਤੇ ਕਿ ਮੈਂ ਹੀ ਜੋ ਹਾਂ, ਮੇਰੇ ਤੋਂ ਬਿਨਾਂ ਕੁਝ ਵੀ ਨਹੀਂ, ਤੇ ਮੈਂ ਹੀ ਜੋ ਪ੍ਰਚਾਰ ਕਰਦਾ ਜਾਂ ਮੈਂ ਹੀ ਜੋ ਕੀਰਤਨ ਕਰਦਾ, ਫਿਰ ਸਾਨੂੰ ਆਪਣੇ ਨੂੰ ਆਪ ਨੂੰ ਲਾਭ ਨਹੀਂ ਮਿਲਦਾ।
ਜਿਹੜਾ ਹੈ ਸਰੋਤਾ ਭਾਵੇਂ ਕੋਈ ਸੁਣ ਕੇ ਲਾਭ ਪਾ ਲਵੇ ਤੇ ਨਿਹਾਲ ਹੋ ਜਾਵੇ ਭਾਵੇਂ, ਪਰ ਉਸ ਨੂੰ ਕੀ ਲਾਭ ਮਿਲੇਗਾ ਜਿਹੜਾ ਆਪਦੇ ਸਰੀਰ ਦੀ ਹੀ ਉਸਤਤ ਕਰਵਾਉਣੀ ਚਾਹੁੰਦਾ ਹੈ। ਹਉਮੈ ਵਿੱਚ ਗਾਵਿਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਆ ਥਾਂ ਨਹੀਂ ਪੈਂਦਾ, ਸਭ ਵਿਅਰਥ ਚਲਿਆ ਜਾਂਦਾ ਏ। ਗਾਵਣ ਗਾਵਹਿ ਜਿਨ ਨਾਮ ਪਿਆਰ। ਮਹਾਰਾਜ ਕਹਿੰਦੇ ਗਾਉਣ ਵਾਲੇ ਹੋ ਕਰਕੇ ਜਿਹੜੇ ਗਾਉਂਦੇ ਆ ਨਾ ਪ੍ਰੇਮ ਨਾਲ, ਕੌਣ? ਜਿਨ ਨਾਮ ਪਿਆਰ, ਜਿਨ੍ਹਾਂ ਨੂੰ ਨਾਮ ਵਿੱਚ ਪਿਆਰ ਵੈ ਤੇ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਵਿੱਚ ਭਿੱਜ ਕਰਕੇ ਜਿਹੜੇ ਗਾਉਣ ਵਾਲੇ ਹੋ ਕਰਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਆ। ਸਾਚੇ ਬਾਣੇ ਸ਼ਬਦ ਵਿਚਾਰ। ਉਹਨਾਂ ਦੇ ਅੰਦਰ ਸੱਚੀ ਬਾਣੀ ਦਾ ਵਾਸ ਹੈ ਤੇ ਸ਼ਬਦ ਦੀ ਵਿਚਾਰ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਪ੍ਰਗਟ ਵੈ। ਬ੍ਰਹਮ ਦੀ ਉਹਨਾਂ ਨੂੰ ਸੋਝੀ ਹੈ, ਉਹ ਆਪਣੇ ਸਰੀਰ ਦੀ ਵਡਿਆਈ ਹੰਗਤਾ ਵਿੱਚ ਨਹੀਂ ਫਸਦੇ, ਸ਼ਬਦ ਦੀ ਮਹਿਮਾ ਕਰਦੇ ਆ, ਪ੍ਰੀਤ ਨਾਲ ਭਿੱਜ ਕਰਕੇ ਸ਼ਬਦ ਦਾ ਗਾਇਨ ਕਰਦੇ ਆ। ਤੇ ਸਾਧ ਸੰਗਤ ਜੀ ਜਿਹੜੇ ਗਾਉਂਦੇ ਆ ਨਾ ਸ਼ਰਧਾ ਦੇ ਨਾਲ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਗਾਵਿਆ ਐਸਾ ਥਾਂ ਪਾਉਂਦੇ ਆ ਕਿ ਉਹਨਾਂ ਨੂੰ ਅੰਤਰਾਤਮੇ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ। ਜੇ ਆਪਾਂ ਵੇਖੀਏ, ਕਿਉਂਕਿ ਸਾਨੂੰ ਨਾ ਸਰੋਤੇ ਵਡਿਆਈ ਤੇ ਸਿਫਤ ਜ਼ਰੂਰ ਕਰਦੇ ਆ, ਪਰ ਉਹਦੇ ਵਿੱਚ ਸਾਨੂੰ ਆਪ ਨੂੰ ਮਨ ਕਰਕੇ ਨਹੀਂ ਫਸਣਾ ਚਾਹੀਦਾ। ਜੇ ਮਨ ਕਰਕੇ ਉਸ ਵਿੱਚ ਫਸੀਏ ਤੇ ਸਾਡਾ ਬਿਲਕੁਲ ਭਲਾ ਨਹੀਂ ਹੁੰਦਾ। ਜੇ ਮੰਨ ਲਈਏ ਕਿ ਬੜੀ ਦੁਨੀਆ ਉਸਤਤ ਕਰਨ ਲੱਗ ਗਈ ਕਥਾ ਸੁਣ ਕੇ, ਕੀਰਤਨ ਸੁਣ ਕੇ, ਤੇ ਜਦੋਂ ਸਰੀਰ ਛੱਡ ਕੇ ਜਾਣਾ ਪਿਆ ਪਰਲੋਕ 'ਚ, ਉੱਥੇ ਉਹ ਉਸਤਤੀ ਦਾ ਕੌਡੀ ਮੁੱਲ ਨਹੀਂ ਹੈ। ਉੱਥੇ ਮੁੱਲ ਕਿਹੜਾ ਪੈਣਾ? ਜਿਹੜੀ ਆਪ ਕਮਾਈ ਕੀਤੀ ਹੈ, ਆਪ ਪ੍ਰੀਤ ਨਾਲ ਗਾਵਿਆ ਹੈ, ਉਹ ਥਾਂ ਪੈਣਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਾਚੇ ਬਾਣੇ ਸ਼ਬਦ ਵਿਚਾਰ। ਜਿਨ੍ਹਾਂ ਅੰਦਰ ਸ਼ਬਦ ਦੀ ਵਿਚਾਰ ਹੈ ਉਹਨਾਂ ਦੀ ਬਾਣੀ ਮਹਾਰਾਜ ਕਹਿੰਦੇ ਸੱਚੀ ਹੈ, ਉਹਨਾਂ ਦਾ ਗਾਵਿਆ ਹੋਇਆ ਦਿਲੋਂ ਮਹਾਰਾਜ ਕਹਿੰਦੇ ਪ੍ਰੇਮ ਨਾਲ ਗਾਵਿਆ ਹੋਇਆ ਸੱਚਾ ਹੈ। ਉਹਨਾਂ ਦੇ ਮੁਖ ਦੇ ਕਹੇ ਹੋਏ ਵਾਕ ਵੀ ਸਾਧ ਸੰਗਤ ਜੀ ਸੱਚੇ ਹੁੰਦੇ ਆ। ਇਹ ਸੱਚੀ ਬਾਣੀ ਪਹਿਲਾ ਅਰਥ ਸਮਝਣਾ ਕਿ ਸੱਚੀ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਜਿਨ੍ਹਾਂ ਦੇ ਅੰਦਰ ਸ਼ਬਦ ਦੀ ਵਿਚਾਰ ਹੈ। ਜਿਨ੍ਹਾਂ ਦੇ ਅੰਦਰ ਸ਼ਬਦ ਦੀ ਵਿਚਾਰ ਪ੍ਰਗਟ ਹੋਈ ਹੈ ਉਹਨਾਂ ਦੇ ਸੁਤੇ ਵੀ ਕਹੇ ਹੋਏ ਬਾਣੀ ਦੇ ਬੋਲ ਜਿਹੜੇ ਆ ਉਹ ਸਾਧ ਸੰਗਤ ਜੀ ਸੱਚ ਹੋ ਜਾਂਦੇ, ਪ੍ਰਤੱਖ ਸੱਤ ਵਰਤ ਜਾਂਦਾ ਉਹਨਾਂ ਦੀ ਰਸਨਾ ਤੋਂ, ਕਿਉਂਕਿ ਦਿਲੋਂ ਪ੍ਰੀਤ ਨਾਲ ਕਮਾਈ ਕਰਦੇ ਆ। ਗਾਵਤ ਰਹਾ ਜੇ ਸਤਿਗੁਰ ਭਾਵੈ। ਹਾਂਜੀ, ਗਾਵਤ ਰਹਾ ਜੇ ਸਤਿਗੁਰ ਭਾਵੈ। ਜੇ ਸਤਿਗੁਰੂ ਜੀ ਨੂੰ ਭਾ ਜਾਵੇ ਨਾ ਤੇ ਫਿਰ ਸਾਧ ਸੰਗਤ ਜੀ ਗਾਵਿਆ ਹੋਇਆ ਥਾਂ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਭਾਈ ਗਾਉਂਦੇ ਆ ਪਿਆਰ ਦੇ ਨਾਲ ਤੇ ਸਤਿਗੁਰੂ ਜੀ ਨੂੰ ਉਹ ਭਾ ਜਾਂਦੇ ਹਨ। ਮਨ ਤਨ ਰਾਤਾ ਨਾਮ ਸੁਹਾਵੈ। ਤੇ ਮਨ ਵੀ ਤੇ ਫਿਰ ਤਨ ਪਿਆਰ ਦੇ ਵਿੱਚ ਰੰਗਿਆ ਹੋਇਆ ਉਹਨਾਂ ਦਾ ਸੋਭ ਨੂਇਕ ਹੋ ਜਾਂਦਾ ਹੈ। ਫਿਰ ਪਿਛਲੀ ਪੰਕਤੀ ਪੜੋ। ਗਾਵਤ ਰਹਾ ਜੇ ਸਤਿਗੁਰ ਭਾਵੈ। ਗਾਉਂਦਾ ਰਹੇ ਸ਼ਰਧਾ ਨਾਲ, ਪਿਆਰ ਨਾਲ ਮਹਾਰਾਜ ਨੂੰ ਗਾਉਂਦਾ ਰਹੇ, ਜਸ ਸਤਿਗੁਰੂ ਜੀ ਦਾ ਗਾਵੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਪਿਆਰ ਨਾਲ ਗਾਉਂਦਾ ਰਹੇ ਫਿਰ ਕੀ ਦਾਤ ਪ੍ਰਾਪਤ ਹੁੰਦੀ ਆ। ਗਾਵਤ ਰਹਾ ਜੇ ਸਤਿਗੁਰ ਭਾਵੈ। ਫਿਰ ਜੇ ਸਤਿਗੁਰੂ ਜੀ ਨੂੰ ਭਾ ਜਾਵੇ, ਇਹ ਸ਼ਰਧਾ ਦੇ ਤਲ ਨਾਲ ਗਾਵੇ ਕਿ ਮੈਂ ਮਹਾਰਾਜ ਜੀ ਨੂੰ ਭਾ ਜਾਵਾਂ, ਸੱਚੇ ਪਾਤਸ਼ਾਹ ਜੀ ਨੂੰ ਚੰਗਾ ਲੱਗਾ, ਇਸ ਪ੍ਰੀਤ ਦੇ ਨਾਲ ਮਹਾਰਾਜ ਦੇ ਜਸ ਨੂੰ ਗਾਉਂਦਾ ਰਹੇ। ਮਨ ਤਨ ਰਾਤਾ ਨਾਮ ਸੁਹਾਵੈ। ਫਿਰ ਮਨ ਤੇ ਤਨ ਦੋਵੇਂ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਆ ਤੇ ਬੜੇ ਹੀ ਉਹ ਸੋਹਣੇ ਫੱਬਦੇ ਆ। ਉਹਨਾਂ ਦੇ ਸਰੀਰ ਵੀ ਬੜੇ, ਚਿਹਰੇ ਵੀ ਬੜੇ ਨੂਰੋ ਨੂਰ ਫੱਬਦੇ ਆ। ਮਨ ਵੀ ਚੰਗਾ ਸੁੱਧ ਹੋਇਆ, ਬੜਾ ਸੱਚ ਸਰੂਪ ਦੇ ਵਿੱਚ ਟਿਕਿਆ ਹੋਇਆ ਫੱਬਦਾ ਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਇੱਕ ਗਾਵਹਿ ਇੱਕ ਭਗਤ ਕਰੇ। ਇੱਕ ਮਹਾਰਾਜ ਕਹਿੰਦੇ ਗਾਉਂਦੇ ਵੀ ਐ ਤੇ ਉਹ ਰਾਸ ਧਾਰੀਏ, ਜਿਵੇਂ ਭਗਤ ਕਰਦੇ ਭਾਵ ਟੱਪਦੇ ਆ ਨੱਚਣ ਨੂੰ। ਉਹਨਾਂ ਭਗਉਤੀਆਂ ਦੀ ਜਿਹੜੀ ਹੈ ਨਾ ਉਹ ਰਾਸ ਧਾਰੀਆਂ ਦਾ ਇੱਥੇ ਹਜੂਰ ਪ੍ਰਮਾਣ ਦੇ ਕਰਕੇ ਦੱਸਦੇ ਆ। ਇੱਕ ਗਾਉਂਦੇ ਵੀ ਆ ਤੇ ਨਾਲ ਮਹਾਰਾਜ ਕਹਿੰਦੇ ਭਗਤ ਕੀ ਕਰਦੇ ਆ ਕਿ ਉਹ ਟੱਪਦੇ ਨੱਚਦੇ ਹਨ। ਨਾਮ ਨਾ ਪਾਵਹਿ ਬਿਨ ਅਸਨੇਹ। ਪਰ ਬਿਨਾ ਅਸਨੇਹ ਤੋਂ, ਬਿਨਾ ਪਿਆਰ ਤੋਂ ਨਾਮ ਮਹਾਰਾਜ ਕਹਿੰਦੇ ਕਿਵੇਂ ਪਾ ਸਕਦੇ ਆ। ਚਾਹੇ ਜਿੰਨਾ ਮਰਜੀ ਗਾਵੀ ਜਾਵੇ, ਜਿੰਨਾ ਮਰਜੀ ਟੱਪੀ ਜਾਵੇ,
ਬਿਨਾ ਪ੍ਰੇਮ ਤੋਂ ਹਜੂਰ ਕਹਿੰਦੇ ਨਾਮ ਦੀ ਦਾਤ ਗੁਰਸਿੱਖੋ ਨਹੀਂ ਪਾ ਸਕੀਦੀ। ਸੱਚੇ ਭਗਤ ਗੁਰ ਸ਼ਬਦ ਪਿਆਰ। ਸੱਚੀ ਭਗਤੀ ਉਹੀ ਹੈ ਗੁਰੂ ਸਾਹਿਬ ਦੇ ਸ਼ਬਦ ਨਾਲ ਪ੍ਰੀਤ ਕਰਨੀ, ਮਹਾਰਾਜ ਜੀ ਦੇ ਸ਼ਬਦ ਉਪਦੇਸ਼ ਨਾਲ ਪਿਆਰ ਕਰਨਾ, ਬਾਣੀ ਨਾਲ ਪਿਆਰ ਕਰਨਾ। ਅਸੀਂ ਕਹਿਣ ਨੂੰ ਕਹਿ ਦਿੰਨੇ ਆ ਕਿ ਮੈਂ ਵੀ ਤਾਂ ਬਾਣੀ ਨਾਲ ਪਿਆਰ ਕਰਦਾ। ਜੇ ਪੁੱਛੀਏ ਕਿ ਨਿਤਨੇਮ ਕਿੰਨਾ ਹੈ, ਜਪਜੀ ਸਾਹਿਬ ਪੜ੍ਹਿਆ ਸੀ ਸਵੇਰੇ, ਤੇ ਫਿਰ ਬਾਣੀ ਨਾਲ ਪ੍ਰੀਤ ਹੈ ਤਾਂ ਫਿਰ ਤਾਂ ਭਾਈ ਘੱਟੋ ਘੱਟ 25 ਪਾਠ ਕਰ ਜਾਂ 5 ਗ੍ਰੰਥੀ ਦਾ ਨਿਤਨੇਮ ਕਰ, ਸੁਖਮਨੀ ਸਾਹਿਬ ਦਾ ਪਾਠ ਕਰ। ਇਹ ਬਾਣੀ ਦੀ ਪ੍ਰੀਤ ਹੈ ਜਿਨ੍ਹਾਂ ਨੂੰ ਮਹਾਰਾਜ ਜੀ ਲਾ ਦਿੰਦੇ ਆ। ਕਹਿਣ ਨੂੰ ਤਾਂ ਆਪਾਂ ਕਹਿੰਦੇ ਹੀ ਆ ਕਿ ਮਹਾਰਾਜ ਸਾਡੀ ਵੀ ਪ੍ਰੀਤ ਵੈ, ਅਸੀਂ ਵੀ ਪ੍ਰੇਮ ਕਰਦੇ ਆ, ਪਰ ਮਹਾਰਾਜ ਕਿਤੇ ਪ੍ਰੇਮ ਨੂੰ ਪਰਖ ਲੈਣ ਤਾਂ ਫਿਰ ਤਾਂ ਸੱਚਾ ਹੀ ਸਾਧ ਸੰਗਤ ਜੀ ਉਸ ਪਰਖ ਵਿੱਚ ਪੂਰਾ ਉਤਰਦਾ। ਝੂਠੇ ਕੋਲੋਂ ਕਿੱਥੇ ਉਤਰਿਆ ਜਾਂਦਾ ਹੈ। ਤੋ ਹਜੂਰ ਫਰਮਾਉਂਦੇ ਹਨ, ਸੱਚੇ ਭਗਤ ਗੁਰ ਸ਼ਬਦ ਪਿਆਰ। ਗੁਰੂ ਸਾਹਿਬ ਦੇ ਸ਼ਬਦ ਨਾਲ ਪਿਆਰ ਕਰੀਏ, ਸ਼ਬਦ ਬ੍ਰਹਮ ਨਾਲ ਪਿਆਰ ਕਰੀਏ, ਤੇ ਇਹ ਸਾਧ ਸੰਗਤ ਜੀ ਸੱਚੀ ਪ੍ਰੀਤ ਦੀ ਨਿਸ਼ਾਨੀ ਹੈ। ਦਿਲੋਂ ਲਾ ਕੇ ਮਹਾਰਾਜ ਨਾਲ ਪ੍ਰੇਮ ਕਰੀਏ। ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਉਹ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਸਦਾ ਹਿਰਦੇ ਵਿੱਚ ਹੀ ਧਾਰਨ ਕਰਕੇ ਰੱਖਦੇ ਐ, ਹਿਰਦੇ ਵਿੱਚ ਵਸਾਉਂਦੇ ਆ ਸੱਚੇ ਪਾਤਸ਼ਾਹ ਜੀ ਨੂੰ। ਇਹ ਹੈ ਪ੍ਰੀਤ ਦੀ ਨਿਸ਼ਾਨੀ। ਭਗਤ ਕਰਹਿ ਮੂਰਖ ਆਪ ਜਣਾਵਹਿ। ਜਿਹੜੇ ਮੂਰਖ ਮਹਾਰਾਜ ਕਹਿੰਦੇ ਨੇ ਭਗਤੀ ਕਰਦੇ ਹੋਏ ਆਪਣੇ ਆਪ ਨੂੰ ਜਣਾਉਂਦੇ ਆ ਕਿ ਮੈਂ ਭਗਤੀ ਕਰ ਰਿਹਾ ਹਾਂ, ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਬੇਸਮਝੀ ਹੈ ਫਿਰ, ਕਿਉਂਕਿ ਆਪਾ ਤਾਂ ਗਵਾਉਣਾ ਸੀ ਭਗਤੀ ਕਰਕੇ, ਹੰਗਤਾ ਤਾਂ ਮਿਟਣੀ ਸੀ। ਇਹ ਸਰੀਰ ਦੀ ਹੰਗਤਾ ਹੀ ਕੰਧ ਹੈ ਨਾ ਪਰਮੇਸ਼ਰ ਦੇ ਮਿਲਣ ਵਿੱਚ। ਇਸੇ ਕਰਕੇ ਤਾਂ ਵਾਹਿਗੁਰੂ ਦੀ ਸਾਖਿਆਤਤਾ ਨਹੀਂ ਹੁੰਦੀ। ਇਹ ਹੀ ਕੰਧ ਬਣ ਕੇ ਅੱਗੇ ਬਣੀ ਰਹੀ ਕਿ ਮੈਂ ਕਰ ਰਿਹਾ ਹਾਂ, ਮੈਂ ਸਾਧਨ ਕਰਦਾ ਹਾਂ। ਹਜੂਰ ਕਹਿੰਦੇ ਉਹ ਮੂਰਖ ਬੇਸਮਝ ਵੈ, ਆਪਣੇ ਆਪ ਨੂੰ ਜਣਾਉਂਦਾ ਹੈ। ਇਸੇ ਪ੍ਰਕਾਰ ਹੀ ਭਗਤ ਕਰਹਿ ਮੂਰਖ ਆਪ ਜਣਾਵੈ। ਉਹ ਰਾਸ ਧਾਰੀਏ ਜਦੋਂ ਭਗਤ ਕਰਦੇ ਆ, ਭਾਵ ਟੱਪਦੇ ਆ, ਰਾਸ ਪਾਉਂਦੇ ਆ, ਆਪਣਾ ਆਪ ਮਹਾਰਾਜ ਕਹਿੰਦੇ ਜਣਾਉਂਦੇ ਆ। ਬੇਸਮਝ ਹਨ, ਮੂਰਖ ਹਨ। ਨਚ ਨਚ ਟਪਹਿ ਬਹੁਤ ਦੁਖ ਪਾਵਹਿ। ਨੱਚ ਨੱਚ ਕੇ ਤੇ ਫਿਰ ਬੜੀਆਂ ਛਾਲਾਂ ਮਾਰਦੇ ਆ, ਟੱਪਦੇ ਆ, ਲੁੱਡੀ ਪਾਉਂਦੇ ਆ, ਤੇ ਉਹਦੇ ਨਾਲ ਲਾਭ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਦੁੱਖ ਭਾਵੈ। ਦੁੱਖ ਹੀ ਪਾਉਂਦੇ ਆ, ਸੁਖ ਤਾਂ ਨਹੀਂ ਪ੍ਰਾਪਤ ਕਰ ਸਕਦੇ। ਤੇ ਬਹੁਤ ਸਾਰਾ ਸਾਧ ਸੰਗਤ ਜੀ ਵੇਖ ਲਓ, ਇਹ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਨੱਚ ਨੱਚ ਟੱਪਹਿ ਬਹੁਤ ਦੁੱਖ ਭਾਵੈ। ਤੇ ਕਈ ਕਹਿੰਦੇ ਆ ਕਿ ਗੁਰਦੁਆਰੇ ਸਾਹਿਬ 'ਚ ਵੀ ਇੱਕ ਪਾਸੇ ਗਿੱਧਾ ਪਾਉਣਾ ਚਾਹੀਦਾ, ਭੰਗੜਾ ਪਾਉਣਾ ਚਾਹੀਦਾ। ਆਖੇ ਜੀ ਕਿਉਂ? ਕਹਿੰਦੇ ਪੰਜਾਬੀਆਂ ਦਾ ਕਲਚਰ ਵਾ, ਇਹ ਸਾਡਾ ਵਿਰਸਾ ਹੈ, ਸਾਡੇ ਬਜ਼ੁਰਗਾਂ ਤੋਂ ਚੱਲਿਆ ਆ ਰਿਹਾ ਹੈ। ਖੌਰੇ ਕਿਹੜੀ ਕਿਤਾਬ ਚੋਂ ਪੜ੍ਹ ਲਿਆ ਕਿ ਬਜ਼ੁਰਗਾਂ ਤੋਂ ਚੱਲਿਆ ਆ ਰਿਹਾ ਹੈ। ਸਾਡੇ ਬਜ਼ੁਰਗਾਂ ਤੇ ਭਾਈ ਸ਼ਸਤਰ ਵਿਦਿਆ ਦਿੱਤੀ ਹੈ, ਨਾਮ ਦਾ ਬਾਣੀ ਦਾ ਅਭਿਆਸ ਸਾਡੇ ਪੁਰਖਿਆਂ ਦਿੱਤਾ ਹੈ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਜਿਹੜੀ ਇੱਕ ਹੁੰਦੀ ਹੈ ਲੌਕਿਕ ਰੀਤੀ, ਲੌਕਿਕ ਰੀਤੀ ਸਾਧ ਸੰਗਤ ਜੀ ਜੇ ਗੁਰਮਰਿਆਦਾ ਨੂੰ ਕੱਟਦੀ ਹੋਵੇ ਤੇ ਉਹ ਲੌਕਿਕ ਰੀਤੀ ਉਸੇ ਵੇਲੇ ਛੱਡ ਦੇਣੀ ਚਾਹੀਦੀ ਹੈ। ਕੋਈ ਕਹਿੰਦਾ ਜੀ ਸਾਡੇ ਦਾਦਾ ਜੀ ਇਉਂ ਕਰਦੇ ਹੁੰਦੇ ਸੀ, ਸਾਡੇ ਪੜਦਾਦਾ ਜੀ ਇਉਂ ਕਰਦੇ ਹੁੰਦੇ ਸੀ ਤੇ ਅਸੀਂ ਇਉਂ ਕਰਨਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਾਂਝਾ ਸਾਹਿਬ ਬਾਪ ਹਮਾਰਾ, ਜਿਨ੍ਹਾਂ ਸਤਿਗੁਰਾਂ ਸਾਨੂੰ ਮਰਿਆਦਾ ਦਿੱਤੀ ਹੈ, ਉਹਨਾਂ ਦੀ ਮਰਿਆਦਾ ਭਾਵੇਂ ਕੱਟੀ ਜਾਵੇ ਤੇ ਆਪਦੇ ਦਾਦੇ ਦੇ ਪਿੱਛੇ ਲੱਗ ਕੇ ਤੇ ਤੁਰੇ ਰਹਿੰਦੇ ਆ ਕਿ ਸਾਡੇ ਪਿਓ ਦਾਦੇ ਨੇ ਉਹ ਆਖਿਆ ਸੀ। ਗੁਰਮੁਖ ਨਹੀਂ ਇਉਂ ਕਰਦੇ, ਉਹ ਆਪਣੀ ਕੁੱਲ ਦੀ ਰੀਤੀ ਨੂੰ ਤਿਆਗ ਦਿੰਦੇ ਆ ਜੇ ਗੁਰਮਤ ਦੇ ਉਲਟ ਹੋਵੇ। ਕਹਿਣ ਲੱਗੇ ਜੇ ਸਾਡਾ ਦਾਦਾ ਗਲਤੀ ਕਰਦਾ ਰਿਹਾ ਅਸੀਂ ਕਿਉਂ ਕਰੀਏ? ਅਸੀਂ ਗੁਰੂ ਸਾਹਿਬ ਦੀ ਸਿੱਖੀ ਕਮਾਉਣੀ ਹੈ, ਮਹਾਰਾਜ ਦੀ ਮਰਿਆਦਾ ਨੂੰ ਕਮਾਉਣਾ ਹੈ। ਇਸ ਕਰਕੇ ਅੱਗੇ ਤੋਂ ਪਲਟ ਦਿੰਦੇ ਆ ਗੁਰਮੁਖ, ਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਚੱਲਦੇ ਆ। ਤੇ ਜਿਹੜੇ ਸਾਧ ਸੰਗਤ ਜੀ ਇਸ ਗੱਲ ਨੂੰ ਸਮਝਦੇ ਹੀ ਨਹੀਂ, ਕਹਿੰਦੇ ਕਿ ਗਿੱਧਾ ਭੰਗੜਾ ਸਾਡੀ ਮਰਿਆਦਾ ਹੈ। ਮਾਫ ਕਰਨਾ, ਇਹ ਗੱਲਾਂ ਜਿਹੜੀਆਂ ਸਾਧ ਸੰਗਤ ਜੀ ਲੱਗਦੀਆਂ ਤਾਂ ਦੁਖਦਾਈ ਹੈ, ਪਰ ਸਮਾਜ ਵਿੱਚ ਇਹੋ ਜਿਹਾ ਘਰ ਕਰ ਗਈਆਂ, ਬੁਰਾਈਆਂ ਸਾਡੇ ਵਿੱਚ ਹੀ ਤੁਰੀਆਂ ਫਿਰਦੀਆਂ। ਤੇ ਜਿੰਨਾ ਚਿਰ ਇਹ ਬੁਰਾਈਆਂ ਨੂੰ ਦੂਰ ਨਾ ਕੀਤਾ, ਗੁਰੂ ਸਾਹਿਬ ਦੀ ਖੁਸ਼ੀ ਨਹੀਂ ਮਿਲਣ ਲੱਗੀ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਵਾਕ ਹਨ ਕਿ ਨੱਚ ਨੱਚ ਟੱਪਹਿ, ਕਿ ਇਹਦੇ ਨਾਲ ਸ਼ਾਂਤ ਹੋ ਜਾਂਦਾ। ਉਹ ਡਾਂਡੀਆਂ ਨਾਚ ਕਰਦੇ ਆ ਜਾਂ ਢੋਲ ਦੇ ਡੱਗੇ ਤੇ ਨੱਚਦੇ ਆ, ਭੰਗੜੇ ਪਾਉਂਦੇ ਆ। ਹਜੂਰ ਕਹਿੰਦੇ ਬਹੁਤ ਦੁੱਖ ਪਾਵੈ, ਬਹੁਤਾ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਘੜੀ ਪਲ ਉਹ ਨੱਚਣ ਦੇ ਨਾਲ ਸਰੀਰ ਦੀ એનર્ਜੀ ਲੱਗਦੀ ਹੈ, ਤੇ ਉਹ ਤਾਂ ਤੁਸੀਂ ਐਕਸਰਸਾਈਜ਼ ਕੋਈ ਕਰੋ ਤੇ ਬਾਅਦ ਵਿੱਚ ਸਕੂਨ ਮਿਲਦਾ ਸਰੀਰ ਨੂੰ ਬੈਠਿਆਂ।
ਤੇ ਉਹ ਉਸੇ ਸਕੂਨ ਨੂੰ ਸ਼ਾਂਤੀ ਸਮਝੀ ਬੈਠੇ ਆ। ਉਹ ਕੋਈ ਸ਼ਾਂਤੀ ਨਹੀਂ ਹੈ। ਹਜੂਰ ਫਰਮਾਉਂਦੇ ਹਨ ਨਚ ਨਚ ਟਪਹਿ ਬਹੁਤ ਦੁਖ ਪਾਵਹਿ। ਜਿੰਨਾ ਜਿੰਨਾ ਮਹਾਰਾਜ ਕਹਿੰਦੇ ਨੱਚ ਨੱਚ ਕੇ ਟੱਪਦੇ ਆ, ਛਾਲਾਂ ਮਾਰਦੇ ਆ, ਬਹੁਤਾ ਦੁੱਖ ਹੀ ਪਾਉਂਦੇ ਹਨ। ਨਚਿਆ ਟਪਿਆ ਭਗਤ ਨਾ ਹੋਏ। ਵੇਖ ਲਓ ਹੁਣ ਜਿਹੜੇ ਦੱਸਦੇ ਆ ਕਿ ਗਿੱਧਾ ਭੰਗੜਾ ਮਰਿਆਦਾ ਹੈ, ਤੇ ਉਹ ਪੰਕਤੀ ਉਹ ਪੜ੍ਹ ਦਿੰਦੇ ਆ, ਨੱਚਣ ਕੁੱਦਣ ਮਨ ਕਾ ਚਾਓ, ਤੇ ਅੱਗੇ ਨਹੀਂ ਪੜ੍ਹਦੇ ਜਿਨ ਮਨ ਭਾਓ ਤਿਨਾ ਮਨ ਭਾਓ। ਮਹਾਰਾਜ ਸਾਹਿਬ ਦੀ ਅਗਲੀ ਪੰਕਤੀ ਨਹੀਂ ਪੜ੍ਹਦੇ। ਉਹ ਕਹਿੰਦੇ ਆ ਅਗਲੀ ਤੁਸੀਂ ਪੜ੍ਹ ਲਓ, ਸਾਰੀ ਸਾਡੇ ਵਾਸਤੇ ਥੋੜੋ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਏ। ਨੱਚਣ ਤੇ ਟੱਪਣ ਨਾਲ ਭਗਤੀ ਨਹੀਂ ਹੁੰਦੀ। ਭਗਤੀ ਦਾ ਭਾਈ ਇਕਾਗਰ ਚਿੱਤ ਹੋ ਕਰਕੇ ਪਹਿਲੋਂ ਬਾਹਰੋਂ ਸਰੀਰ ਨੂੰ ਵੀ ਜਿਹੜਾ ਹੈ ਨਾ ਉਹ ਇੱਕ ਥਾਂ ਤੇ ਬਿਠਾਉਣਾ ਪੈਂਦਾ ਹੈ, ਚੌਂਕੜਾ ਲਾਉਣਾ ਪੈਂਦਾ। ਸਮਾਧੀ ਦੇ ਲੱਛਣ ਹਨ। ਮੁੱਢਲੀਆਂ ਸਾਧ ਸੰਗਤ ਜੀ ਜਿਹੜੀਆਂ ਹਨ ਉਹ ਪ੍ਰਕਿਰਿਆਵਾਂ ਪੂਰੀਆਂ ਕਰੇ, ਮੁੱਢਲੇ ਸਾਧਨ ਪੂਰੇ ਕਰੇ, ਫਿਰ ਸਮਾਧੀ ਵੱਲ ਨੂੰ ਤੁਰਦਾ ਹੈ। ਤੇ ਫਿਰ ਜਦੋਂ ਕਮਾਈ ਕਰ ਲਵੇ ਫਿਰ ਤੁਰਦਿਆਂ ਫਿਰਦਿਆਂ ਵੀ ਸਮਾਧੀ ਲੱਗ ਜਾਂਦੀ ਹੈ। ਪਰ ਪਹਿਲੋਂ ਤੁਰਦਿਆਂ ਫਿਰਦਿਆਂ ਹੀ ਕਹੇ ਕਿ ਮੇਰੀ ਬਿਰਤੀ ਇਕਾਗਰ ਹੀ ਹੈ, ਇਸ ਤਰ੍ਹਾਂ ਨਹੀਂ ਇਕਾਗਰ ਹੁੰਦੀ। ਦਹੀਂ ਨੂੰ ਵੀ ਜਮਾਉਣ ਲੱਗਿਆਂ ਜੇ ਹਲਾਈ ਜਾਈਏ ਤੇ ਦਹੀਂ ਨਹੀਂ ਜੇ ਜਾਗ ਲਾਇਆ ਵੀ ਜੰਮਦਾ, ਉਹਨੂੰ ਵੀ ਢੱਕ ਕੇ ਇੱਕ ਥਾਂ ਤੇ ਰੱਖਣਾ ਪੈਂਦਾ, ਫੇਰ ਹੀ ਦਹੀਂ ਜੰਮਦਾ ਹੈ। ਅੰਦਰ ਨਾਮ ਦਾ ਜਮਾ ਤਾਂ ਹੀ ਹੁੰਦਾ ਜੇ ਚੌਂਕੜਾ ਲਾ ਕੇ ਸੁਰਤ ਟਿਕਾ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ। ਤੇ ਸੁਰਤ ਫਿਰ ਇਹੋ ਜੀ ਟਿਕੇਗੀ ਜਦੋਂ ਨਾਮ ਨੂੰ ਸੁਣੋਗੇ, ਫਿਰ ਤੁਰਦਿਆਂ ਫਿਰਦਿਆਂ ਵੀ ਜਾਗ ਲੱਗ ਗਈ ਤਾਂ ਧਿਆਨ ਟਿਕਿਆ ਹੀ ਰਹੇਗਾ। ਤੇ ਜਿਹੜੇ ਨੱਚ ਨੱਚ ਕੇ ਕਹਿੰਦੇ ਕਿ ਅਸੀਂ ਬੜੀ ਭਗਤੀ ਕੀਤੀ ਹੈ ਤੇ ਬੜੀਆਂ ਛਾਲਾਂ ਮਾਰਦੇ ਆ, ਮਹਾਰਾਜ ਕਹਿੰਦੇ ਨੱਚਣ ਟੱਪਣ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ ਆ। ਸ਼ਬਦ ਮਰਹਿ ਭਗਤ ਪਾਏ ਜਨ ਸੋਏ। ਜਿਹੜਾ ਜੀਵਤ ਭਾਵ ਤੋਂ ਮਰਦਾ ਹੈ ਨਾ, ਸ਼ਬਦ ਦੀ ਕਮਾਈ ਕਰਦਾ ਹੋਇਆ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਭਾਈ ਇਸ ਬ੍ਰਹਮਾ ਆਨੰਦ ਨੂੰ ਪ੍ਰਾਪਤ ਕਰਦਾ। ਫਿਰ ਪੜੋ ਸ਼ਬਦ ਮਰਹਿ ਭਗਤ ਪਾਏ ਜਨ ਸੋਏ। ਉਹ ਜਨ ਸੋਏ, ਉਹ ਜਨ ਪਿਆਰਾ ਮਹਾਰਾਜ ਕਹਿੰਦੇ ਭਗਤੀ ਦਾ ਪ੍ਰਸਾਦ ਪਾ ਸਕਦਾ ਹੈ ਜਿਹੜਾ ਮਹਾਰਾਜ ਕਹਿੰਦੇ ਸ਼ਬਦ ਦੀ ਕਮਾਈ ਕਰਦਾ ਹੋਇਆ ਜੀਵਤ ਭਾਵ ਤੋਂ ਮਰਦਾ ਹੈ, ਸਾਰੀਆਂ ਹੀ ਖਾਸ਼ਾਂ ਛੱਡ ਦਿੰਦਾ ਹੈ। ਤੇ ਜਿਹਦੇ ਕੋਲੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਛੁੱਟਦੀਆਂ, ਜ਼ਬਾਨ ਦਾ ਸਵਾਦ ਨਹੀਂ ਛੁੱਟਦਾ। ਕਈਆਂ ਨੂੰ ਇਹ ਝਾਸੀ ਪਿਆ ਹੁੰਦਾ ਹੈ। ਅੱਜ ਜਦੋਂ ਆਉਂਦਾ ਹੈ ਤਿਉਹਾਰ ਆਉਂਦੇ ਆ ਨਾ, ਤੇ ਮੈਨੂੰ ਦੱਸਿਆ ਕਈਆਂ ਨੇ ਕਿ ਕਈ ਆਪਣੇ ਸਿੱਖ ਵੀ ਜਾ ਕੇ ਡਾਂਡੀਆ ਨਾਚ ਕਰਦੇ ਆ। ਉਹ ਪੋਸੀ ਪਿਆ ਹੁੰਦਾ ਇੱਕ, ਕਿਹਦੇ ਕਿ ਰਿਆ ਨਹੀਂ ਜਾਂਦਾ, ਉਹ ਮੂਰਤ ਲਾ ਕੇ ਤੇ ਅੱਗੇ ਜਾ ਕੇ ਤੇ ਨਾਚਣ ਲੱਗ ਪੈਂਦੇ ਆ। ਤੇ ਇਹਦੇ ਨਾਲ ਤਾਂ ਨਾ ਭਗਤੀ ਪ੍ਰਾਪਤ ਹੁੰਦੀ। ਮਹਾਰਾਜ ਕਹਿੰਦੇ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ, ਸਰੀਰ ਦੀਆਂ ਖਾਸ਼ਾਂ ਨੂੰ ਰਸਾਂ ਨੂੰ ਛੱਡ ਦਿੰਦਾ, ਜੀਵਤ ਭਾਵ ਤੋਂ ਮਰਦਾ ਹੈ, ਉਹ ਹੀ ਪਿਆਰਾ ਭਗਤੀ ਦਾ ਪ੍ਰਸਾਦ ਪਾਉਂਦਾ ਹੈ। ਉਹਨੂੰ ਭਗਤ ਕਿਹਾ ਜਾ ਸਕਦਾ ਏ। ਭਗਤ ਵਛਲ ਭਗਤ ਕਰਾਏ ਸੋਏ। ਉਹ ਮੇਰਾ ਵਾਹਿਗੁਰੂ ਭਗਤ ਵਛਲ ਹੈ, ਭਗਤਾਂ ਨਾਲ ਪਿਆਰ ਕਰਦਾ ਹੈ ਤੇ ਉਹ ਆਪ ਹੀ ਭਗਤੀ ਕਰਾਉਂਦਾ ਹੈ। ਕੌਣ ਹੈ ਜਿਹੜਾ ਕਹੇ ਕਿ ਮੈਂ ਭਗਤੀ ਕਰਨ ਵਾਲਾ? ਨਹੀਂ, ਭਗਤੀ ਉਹ ਆਪ ਹੀ ਕਰਾਉਂਦਾ ਹੈ ਵਾਹਿਗੁਰੂ। ਇਹ ਦਾਤ ਪਰਮੇਸ਼ਰ ਦੀ ਹੈ। ਮਹਾਰਾਜ ਕਹਿੰਦੇ ਨਿਰੰਕਾਰ ਆਪ ਜਦੋਂ ਕਿਰਪਾ ਕਰਦੇ ਐ ਤੇ ਫਿਰ ਜੀਵ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਆਪ ਹੀ ਜਗਿਆਸੂ ਦੇ ਤਾਈਂ ਭਗਤੀ ਵਿੱਚ ਲਾ ਕਰਕੇ ਵਾਹਿਗੁਰੂ ਜੀ ਉਹਨੂੰ ਮੁਕਤ ਕਰਦੇ ਆ। ਸੱਚੇ ਭਗਤ ਵਿੱਚੋਂ ਆਪ ਖੋਏ। ਸੱਚੀ ਭਗਤੀ ਉਹੀ ਹੈ ਜਿਹੜੀ ਵਿੱਚੋਂ ਆਪ ਖੋ ਲਵੇ, ਹੰਕਾਰ ਨਾਸ਼ ਕਰ ਲਵੇ। ਤੇ ਜੇ ਅਜੇ ਦੱਸ ਰਿਹਾ ਹੈ ਕਿਤੇ ਕੋਈ ਇਹੋ ਜਿਹਾ ਵਾਰਤਾਲਾਪ ਚੱਲ ਹੀ ਪਵੇ ਨਾ, ਤੇ ਆਪਣੇ ਮੂੰਹੋਂ ਜੇ ਦੱਸ ਦੇਣਾ ਕਿ ਮੈਂ ਇੰਨੀਆਂ ਮਾਲਾਂ ਫੇਰ ਲੈਣਾ, ਤੇ ਉਹ ਤੇ ਮੈਂ ਆ ਨਾ, ਫਿਰ ਮੈਂ ਫੇਰ ਲੈਣਾ, ਮੈਂ ਇੰਨੇ ਪਾਠ ਕਰ ਲੈਣਾ। ਜੇ ਕੋਈ ਸਤਪੁਰਸ਼ਾਂ ਨੂੰ ਪੁੱਛੇ ਨਾ ਕਿ ਮਹਾਰਾਜ ਤੁਸੀਂ ਨਿਤਨੇਮ ਕਿੰਨਾ ਕਰਦੇ ਹੋ, ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੂੰ ਕਿਸੇ ਪੁੱਛਿਆ ਪੱਤਰਕਾਰ, ਕਹਿੰਦਾ ਮਹਾਰਾਜ ਤੁਸੀਂ ਨਿਤਨੇਮ ਕਿੰਨਾ ਕਰਦੇ ਹੋ? ਕਹਿੰਦੇ ਜਿੰਨਾ 10ਵੇਂ ਪਾਤਸ਼ਾਹ ਜੀ ਕਰਾ ਲੈਂਦੇ। ਕਦਾ ਨਹੀਂ ਦੱਸਦੇ ਸੀ ਕਿ ਮੇਰਾ ਨਿਤਨੇਮ ਕਿੰਨਾ ਹੈ, ਕਿਉਂਕਿ ਇਹਦੇ ਦੱਸਣ ਵਿੱਚ ਵੀ ਲੇਸ਼ ਮਾਤਰ ਉਹਨਾਂ ਨੇ ਹੰਕਤਾ ਸਮਝੀ ਹੈ ਕਿ ਅਸੀਂ ਆਪ ਥੋੜਾ ਕਰਦੇ ਹਾਂ। ਇਹ ਤਾਂ 10ਵੇਂ ਪਾਤਸ਼ਾਹ ਜੀ ਮਹਾਰਾਜ ਸਾਥੋਂ ਕਰਾ ਲੈਂਦੇ। ਸੱਚੇ ਪਾਤਸ਼ਾਹ ਭਗਤੀ ਵੀ ਆਪ ਨਹੀਂ ਜੀਵ ਕਰ ਸਕਦਾ, ਵਾਹਿਗੁਰੂ ਜੀ ਕਰਾਉਂਦੇ ਐ। ਜਦੋਂ ਆਪ ਵਿੱਚੋਂ ਆਪਾ ਚਲਿਆ ਜਾਂਦਾ ਨਾ, ਹਉਮੈ ਮਰ ਜਾਂਦੀ ਹੈ, ਉਦੋਂ ਮਹਾਰਾਜ ਕਹਿੰਦੇ ਉਹਦੀ ਭਗਤੀ ਕੀਤੀ ਥਾਂ ਪੈ ਜਾਂਦੀ ਹੈ।
ਇਹ ਪ੍ਰਸਾਦ ਜੀਵ ਪਾਉਂਦਾ ਫਿਰ ਭਗਤੀ ਦਾ। ਸੱਚੇ ਭਗਤ ਵਿੱਚੋਂ ਆਪ ਖੋਏ। ਸੱਚੀ ਭਗਤੀ ਉਹੀ ਹੈ ਜਿਹੜਾ ਵਿੱਚੋਂ ਕਮਾਈ ਕਰਕੇ ਆਪਣੇ ਹਉਮੈ ਨੂੰ ਖੋ ਲਵੇ, ਨਾਸ਼ ਕਰ ਲਵੇ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ। ਜੋ ਮੇਰਾ ਵਾਹਿਗੁਰੂ ਸਦਾ ਰਹਿਣ ਵਾਲਾ ਹੈ ਤੇ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ ਕਿ ਜੀਵ ਦਾ ਭਲਾ ਕਿਵੇਂ ਹੋਣਾ ਹੈ। ਅਸੀਂ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਆਹ ਮਿਲ ਜਾਵੇ, ਪਰ ਮਹਾਰਾਜ ਨੂੰ ਉਹ ਵਿਧੀ ਪਤਾ ਹੈ ਕਿ ਜੇ ਇਹਨੂੰ ਇਹ ਪਦਾਰਥ ਦੇਤਾ ਤੇ ਇਹਨੇ ਭਗਤੀ ਨਹੀਂ ਕਰਨੀ, ਮਾਇਆ 'ਚ ਖੁੱਭ ਜੇਗਾ। ਇਸ ਕਰਕੇ ਮਹਾਰਾਜ ਸਭ ਵਿਧੀਆਂ ਜਾਣਦੇ ਹੈ। ਸਦਾ ਰਹਿਣ ਵਾਲੇ ਪਰਮੇਸ਼ਰ ਨੂੰ ਸੱਚਾ ਹੈ, ਉਹ ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਸਾਰੀਆਂ ਵਿਧੀਆਂ ਪਤਾ ਹੈ ਕਿ ਜੀਵ ਨੂੰ ਸ਼ਾਂਤੀ ਕਿਵੇਂ ਮਿਲਣੀ ਹੈ, ਇਹਦੇ ਭਲਾ ਕਿਵੇਂ ਹੋਣਾ ਹੈ। ਇਸ ਕਰਕੇ ਮਹਾਰਾਜ ਉਹ ਵਿਧੀਆਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਦਿੰਦੇ ਹੈ। ਇਹ ਵਿਧੀ ਹੈ ਨਾ ਸਾਨੂੰ ਸੰਗਤ ਬਖਸ਼ੀ ਹੋਈ ਹੈ। ਸਾਰੀਆਂ ਵਿਧੀਆਂ ਜੀਵ ਦੇ ਮੁਕਤ ਹੋਣ ਦੀਆਂ, ਉਹਨੂੰ ਗਿਆਨ ਪ੍ਰਾਪਤ ਹੋਣ ਦੀਆਂ ਪਰਮੇਸ਼ਰ ਆਪ ਹੀ ਜਾਣਦਾ ਹੈ। ਨਾਨਕ ਬਖਸ਼ੇ ਨਾਮ ਪਛਾਣੈ। ਸਤਿਗੁਰੂ ਜੀ ਕਹਿੰਦੇ ਜਿਹਨੂੰ ਬਖਸ਼ ਲੈਂਦਾ ਮੇਰਾ ਵਾਹਿਗੁਰੂ, ਉਹ ਨਾਮ ਦੀ ਸ਼ਕਤੀ ਨੂੰ ਫਿਰ ਪਹਿਚਾਣ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਵਾਰੀ ਨਾਮ ਕਿਹਾ ਕਿੱਡਾ ਵੱਡਾ ਫਲ ਮਿਲਦਾ ਹੈ। ਉਹ ਫਿਰ ਬਹੁਤ ਸ਼ਰਧਾ ਪੂਰਵਕ ਨਾਮ ਨੂੰ ਜਪਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਨਾਨਕ ਬਖਸ਼ੇ ਨਾਮ ਪਛਾਣੈ। ਮਹਾਰਾਜ ਕਹਿੰਦੇ ਜਿਹਨੂੰ ਬਖਸ਼ ਲੈਂਦਾ ਮੇਰਾ ਵਾਹਿਗੁਰੂ, ਉਹ ਨਾਮ ਜਪਦਾ ਹੋਇਆ ਬ੍ਰਹਮ ਦੀ ਪਹਿਚਾਣ ਕਰ ਲੈਂਦਾ ਹੈ। ਉਹਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਂਦੀ ਹੈ। ਉਹ ਦੇਹ ਨੂੰ ਆਪਣਾ ਆਪ ਨਹੀਂ ਫਿਰ ਪਹਿਚਾਣਦਾ। ਕਹਿੰਦਾ ਨਹੀਂ, ਦੇਹ ਤਾਂ ਬੁਲਬੁਲੇ ਦੀ ਤਰ੍ਹਾਂ ਖਤਮ ਹੋ ਜਾਣੀ ਹੈ। ਪਾਣੀ ਸੱਤਵ ਹੈ, ਪਾਣੀ ਸਦਾ ਰਹਿਣ ਵਾਲਾ ਹੈ ਨਾ। ਫਿਰ ਪਾਣੀ ਕੀ ਆ? ਬ੍ਰਹਮ ਹੈ। ਕਹਿੰਦਾ ਮੇਰਾ ਸਰੀਰ ਤਾਂ ਬੁਲਬੁਲੇ ਦੀ ਨਿਆਈ ਉੱਤੇ ਬਣਿਆ ਹੋਇਆ, ਲਹਿਰ ਦੀ ਨਿਆਈ ਇਹ ਸੰਸਾਰ ਉੱਤੇ ਉੱਠਿਆ ਹੋਇਆ ਹੈ। ਤੇ ਇਹ ਜਦੋਂ ਲਹਿਰ ਵੀ ਮੁੱਕ ਜਾਂਦੀ ਹੈ ਫਿਰ ਪਾਣੀ ਬਣ ਜਾਂਦੀ ਹੈ, ਬੁਲਬੁਲੇ ਵੀ ਮੁੱਕ ਜਾਂਦੇ ਤੇ ਪਾਣੀ ਬਣ ਜਾਂਦੇ ਹੈ। ਉਹ ਆਪਣੇ ਸੁੱਧ ਸਰੂਪ ਨੂੰ ਪਹਿਚਾਣ ਲੈਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜੀ ਨਾਮ ਦੀ ਬਰਕਤ ਉਹਨਾਂ ਦੇ ਅੰਦਰ ਵਰਤਦੀ ਹੈ। ਇਹ ਸਾਰੀ ਕਲਾ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਦੇ ਆਪਣੇ ਹੱਥ ਵਿੱਚ ਹੈ। ਜਦੋਂ ਵਰਤਾਉਂਦੇ ਹੈ ਜੀਵ ਨੂੰ ਗਿਆਨ ਹੋ ਜਾਂਦਾ ਹੈ। ਇਸ ਕਰਕੇ ਸਦਾ ਹੀ ਨਿਰੰਕਾਰ ਦੇ ਸ਼ਾਕਰ ਬਣੀਏ, ਵਾਹਿਗੁਰੂ ਜੀ ਦੇ ਅੱਗੇ ਸਦਾ ਆਪਣਾ ਸੀਸ ਝੁਕਾਈਏ, ਸਤ ਸੰਗਤ ਕਰੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜੀ ਸ੍ਰੇਸ਼ਟ ਥਾਂ ਏ ਜਿੱਥੇ ਮਨ ਨਿਰਮਲ ਹੋ ਜਾਂਦਾ। ਨਿਰਮਲ ਹੋਇਆ ਮਨ ਜਿਹੜਾ ਨਾ, ਪਵਿੱਤਰ ਹੋਇਆ ਮਨ ਮੈਲਾਂ ਨੂੰ ਗਵਾ ਕਰਕੇ ਆਪਣੇ ਅਸਲ ਸਰੂਪ ਨੂੰ ਪਹਿਚਾਣ ਲੈਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕੀਤੀ। ਅੱਜ 2 ਸ਼ਬਦ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੇ ਹੈ। ਮਹਾਰਾਜ ਜੀ ਰਹਿਮਤ ਕਰਨ, ਹਜੂਰ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਭਗਤ ਵਛਲ ਭਗਤ ਕਰਾਏ ਸੋਏ, ਸੱਚੇ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸ਼ੇ ਨਾਮ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਿਬੇਕ। ਹੈ ਅਪਰੰਪਰ ਹਰ ਹਰੇ, ਹਹ ਪੀ ਹੋਵਨ। ਹੈ ਸੰਤ ਕੈ ਸਦਾ ਸੰਗ, ਨਿਦਾਰਾਂ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ,
ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਜ ਕੇ ਜੈਕਾਰ ਆਗ ਜਾਵੇ, ਸੋ ਨਿਹਾਲ ਹੋਵੇ। ਸਤਿ ਸ਼੍ਰੀ ਅਕਾਲ। ਗੁਰਬਰ ਅਕਾਲ ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੇ ਚੜ੍ਹਦੇ ਕਲਾ।